ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਣੇ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਲਖ ਅਪੇਖ ਅਨੰਤ ਪ੍ਰਭ। ਜਿਹ ਗਤ ਲਖੀ ਨਾ ਜਾਹੇ। ਬੰਦਨ ਪਦ ਅਰਬਿੰਦ ਤਿਹ ਡਾਢਾ ਬੇਪਰਵਾਹੇ। ਅਲਖ ਅਪੇਖ ਅਨੰਤ ਪ੍ਰਭ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਜੁੜ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਬੇਅੰਤ ਸੰਗਤਾਂ ਨੇ ਹਾਜ਼ਰੀ ਭਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੁਰ ਕੇ ਬਾਣੀ ਸੋ ਦਰ ਰਹਿਰਾਸ ਸਾਹਿਬ ਦੇ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਇਸੇ ਤਰ੍ਹਾਂ ਹੀ ਜੋ ਆਪਾਂ ਨਿਤਨੇਮ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਪਿਛਲੇ ਦੀਵਾਨਾਂ ਵਿੱਚ ਵੈਰਾਹ ਅਵਤਾਰ ਦਾ ਆਪਾਂ ਸਰਵਣ ਕੀਤਾ ਕਿ ਕਿਵੇਂ ਉਹ ਪ੍ਰਗਟ ਹੋਏ ਅਤੇ ਜੋ ਹਰਨਾਕਸ਼ ਦਾ ਭਰਾ
ਦਿੱਤੀ ਦੇ ਪੇਟ ਤੋਂ ਜਨਮਿਆ ਕਸ਼ਯਪ ਰਿਸ਼ੀ ਦੇ ਘਰ ਉਸ ਹਿਰਨ ਕਸ਼ਯਪ ਨੇ ਕਿਸ ਤਰ੍ਹਾਂ ਜਿਹੜੀ ਧਰਤੀ ਉਹ 7ਵੇਂ ਪਤਾਲ ਰਸਾਤਲ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਫਿਰ ਭਗਵਾਨ ਨੇ ਕਿਵੇਂ ਸੂਰ ਦਾ ਅਵਤਾਰ ਧਾਰਿਆ, ਜਿਹਨੂੰ ਵਰਾਹ ਦਾ ਅਵਤਾਰ ਕਹਿੰਦੇ ਆ। ਬਹੁਤ ਲੰਬਾ ਸਮਾਂ ਪੁਰਾਣਾਂ ਵਿੱਚ ਦੱਸਿਆ ਵੀ ਜੰਗ ਯੁੱਧ ਹੁੰਦਾ ਰਿਹਾ ਕਈ ਵਰ੍ਹੇ, ਜਿਸ ਕਰਕੇ ਦੇਵਤਿਆਂ ਵਿੱਚ ਵੀ ਹਾਹਾਕਾਰ ਮਚ ਗਈ ਸੀ ਕਿ ਜੰਗ ਯੁੱਧ ਹਟ ਨਹੀਂ ਰਿਹਾ। ਹਿਰਨ ਕਛਪ ਵੀ ਬਹੁਤ ਬਲੀ ਹੈ, ਭਗਵਾਨ ਵੀ ਬਹੁਤ ਬਲੀ ਹੈ, ਕਦੋਂ ਇਹ ਜੰਗ ਦਾ ਅੰਤ ਹੋਏਗਾ। ਅਖੀਰੀ ਜਿਹੜਾ ਹੈ ਮੁਕੀਆਂ ਨਾਲ ਜੰਗ ਸ਼ੁਰੂ ਹੋਈ। ਬੜੇ ਤਕੜੇ ਸਰੀਰਾਂ ਦੇ ਆਕਾਰ ਸਨ। ਹਿਰਨ ਕਸ਼ਯਪ ਨੇ ਆਸਰੀ ਮਾਇਆ ਆਪਣੀ ਰਚੀ, ਖੂਨ ਪਾਕ ਦੀਆਂ ਹੱਡੀਆਂ ਦਾ ਮੀਂਹ ਵਰਸਾਇਆ, ਛੋਟੇ ਛੋਟੇ ਉਹ ਕਣੀਆਂ ਪਾ ਕੇ ਵਿੱਚ ਦੈਂਤ ਪ੍ਰਗਟ ਕੀਤੇ। ਪਰ ਭਗਵਾਨ ਜੀ ਨੇ ਇੱਕੇ ਵਾਰ ਇਸ ਸੁਦਰਸ਼ਨ ਚੱਕਰ ਚਲਾ ਕਰਕੇ ਉਹ ਸਾਰੀ ਮਾਇਆ ਖਤਮ ਕਰ ਦਿੱਤੀ। ਹਿਰਨ ਕਸ਼ਯਪ ਗੁਰਜਾਂ ਮਾਰਦਾ ਹੈ, ਜਿਸ ਕਰਕੇ ਸਰੀਰ ਬੜਾ ਲਹੂ ਲੁਹਾਨ ਹੋਇਆ ਹੈ ਭਗਵਾਨ ਵਿਸ਼ਨੂੰ ਜੀ ਦਾ। ਫਿਰ ਅਖੀਰੀ ਇਹਦੇ ਸਿਰ ਵਿੱਚ ਮੁੱਕੀ ਮਾਰੀ ਹੈ। ਇਸ ਨੂੰ ਤੇ ਇਸ ਤਰ੍ਹਾਂ ਸੁੱਟਿਆ ਜਿਵੇਂ ਚੰਗੀ ਤਗੜੀ ਹਨੇਰੀ ਆਵੇ ਤੇਜ਼, ਤੇ ਜੜੋਂ ਰੁੱਖ ਪੁੱਟ ਕੇ ਗਿਰਦੇ ਹੈ, ਇਸੇ ਤਰ੍ਹਾਂ ਇਹ ਗਿਰਿਆ। ਸਾਰੇ ਦੇਵਲੋਕ ਵਿੱਚ 33 ਕਰੋੜ ਦੇਵਤੇ, ਸਾਰੇ ਪਾਸੇ ਜੈ ਜੈਕਾਰਾਂ ਹੋਈਆਂ। ਇਸ ਤਰ੍ਹਾਂ ਸਾਰਾ ਇਹ ਪ੍ਰਸੰਗ ਜਿਵੇਂ ਕਵੀ ਜੀ ਨੇ ਭਾਈ ਮਰਦਾਨਾ ਜੀ ਪਾਸੋਂ ਕਹਾ ਕਰਕੇ ਵੀ ਮਾਰੇ ਪ੍ਰਸੰਗ ਸੁਣਾਓ, ਗੁਰੂ ਨਾਨਕ ਸਾਹਿਬ ਦੀ ਰਸਨਾ ਰਾਹੀਂ ਉਹ ਸਾਨੂੰ ਜਿਹੜਾ ਸਰਵਣ ਕਰਾਇਆ ਹੈ, ਭਾਵੇਂ ਕਿ ਕਵੀ ਜੀ ਨੇ ਆਪਣੇ ਵੱਲੋਂ ਲਿਖਿਆ ਹੈ, ਤੇ ਉਹਦੇ ਵਿੱਚ ਗਿਆਨ ਜਿਹੜਾ ਹੈ ਮਿਲ ਜਾਂਦਾ ਵੀ ਵਰਾਹ ਅਵਤਾਰ ਕਿਸ ਤਰ੍ਹਾਂ ਹੋਇਆ। ਉਹ ਕਥਾ ਆਪਾਂ ਵਿਸਥਾਰ ਨਾਲ ਸਰਵਣ ਕਰ ਲਈ ਹੈ। ਅੱਗੇ ਜਿਵੇਂ ਕਥਾ ਵਿਚਾਰ ਧਰੂ ਭਗਤ ਜੀ ਦੀ ਆ ਰਹੀ ਹੈ, ਜੋ ਸੱਚਖੰਡ ਦੇ ਬਿਲਕੁਲ ਨੇੜੇ ਧਰੂ ਭਗਤ, ਜਿਨ੍ਹਾਂ ਨੇ 5 ਸਾਲ ਦੀ ਉਮਰ 'ਚ ਬੜਾ ਘੋਰ ਕਠਿਨ ਤਪ ਕੀਤਾ ਤੇ ਧਰੂ ਮੰਡਲ ਧਰੂਪੁਰੀ ਵਿੱਚ ਜਾ ਪਹੁੰਚੇ। ਧਰੂ ਅਟਲ ਅਜਹੂ ਨਹਿ ਟਲਿਓ। ਧਰੂ ਭਗਤ ਜੋ ਅਟਲ ਹੈ, ਅਜੇ ਤੱਕ ਨਹੀਂ ਟਰੇ ਹੈ, ਸਦਾ ਅਬਚਲ ਰਾਜ ਪਾਇਆ। ਉਸ ਧਰੂ ਭਗਤ ਜੀ ਦੀ ਅੱਜ ਕਥਾ ਵਿਚਾਰ ਆ ਰਹੀ ਹੈ, ਆਪਾਂ ਸਰਵਣ ਕਰੀ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਲਖ ਅਪੇਖ ਅਨੰਤ ਪ੍ਰਭ। ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਹੈ ਕਿ ਜੋ ਪਰਮੇਸ਼ਰ ਲਖਣੇ ਤੋਂ ਰਹਿਤ ਹੈ ਇੰਦਰੀਆਂ ਕਰਕੇ, ਤੇ ਜਿਸ ਪਰਮੇਸ਼ਰ ਦੇ ਪਾਸ ਆ ਪਹੁੰਚਿਆ ਨਹੀਂ ਜਾ ਸਕਦਾ, ਜਿਸ ਨੂੰ ਜਾਣਿਆ ਨਹੀਂ ਜਾ ਸਕਦਾ ਗੁਰੂ ਦੇ ਉਪਦੇਸ਼ ਨਾਮ ਅਭਿਆਸ ਦੀ ਕਮਾਈ ਤੋਂ ਬਿਨਾਂ, ਲਖਣੇ ਤੋਂ ਰਹਿਤ, ਆ ਭੇਖਾਂ ਤੋਂ ਰਹਿਤ, ਜਿਹਦਾ ਕੋਈ ਭੇਖ ਨਹੀਂ, ਰੂਪ ਰੰਗ ਤੋਂ ਪਰੇ ਹੈ, ਅਨੰਤ ਜੋ ਜਿਹਦਾ ਕੋਈ ਅੰਤ ਨਹੀਂ, ਬੇਅੰਤ ਹੈ, ਐਸਾ ਜੋ ਪਰਮੇਸ਼ਰ ਹੈ। ਜਿਹ ਗਤ ਲਖੀ ਨਾ ਜਾਹੇ। ਜਿਸ ਪਰਮੇਸ਼ਰ ਦੀ ਗਤ ਹਾਲਤ ਅਵਸਥਾ ਜਾਣੀ ਨਹੀਂ ਜਾਂਦੀ ਕਿ ਉਹ ਕਿਸ ਰੂਪ ਵਿੱਚ ਰਹਿੰਦਾ ਹੈ, ਕਿਸ ਭੇਖ ਵਿੱਚ ਰਹਿੰਦਾ ਹੈ,
ਤੇ ਉਹ ਮਾਲਕ ਤੇ ਹੈ ਹੀ ਐਸਾ। ਕਦੀ ਉਹ ਭਗਤਾਂ ਵਾਸਤੇ ਨੌਕਰ ਬਣ ਜਾਂਦਾ ਹੈ, ਟੁੱਟੀ ਜੁੱਤੀ ਪਾ ਲੈਂਦਾ ਹੈ, ਤੇੜ ਉਹ ਧੋਤੀ ਫਟੀ ਪਾ ਲੈਂਦਾ ਹੈ। ਜਿਸ ਪਰਮੇਸ਼ਰ ਦੀ ਹਾਲਤ ਜਾਣੀ ਨਹੀਂ ਜਾਂਦੀ। ਬੰਧਨ ਪਾਦ ਅਰਵਿੰਦ ਤਿਹ। ਐਸੇ ਪਰਮੇਸ਼ਰ ਦੇ ਚਰਨ ਕਮਲਾਂ ਉੱਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ। ਡਾਡਾ ਬੇਪਰਵਾਹੇ। ਜੋ ਬੜਾ ਡਾਡਾ ਹੈ ਤੇ ਬੇਪਰਵਾਹ ਹੈ। ਇੱਕ ਤੇ ਹੁੰਦਾ ਲਾਪਰਵਾਹ ਜਿਹੜਾ ਮੂਰਖ ਹੁੰਦਾ ਹੈ, ਇੱਕ ਹੁੰਦਾ ਬੇਪਰਵਾਹ ਜਿਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਵੱਡਾ ਸਾਹਿਬ ਉੱਚਾ ਥਾਓ ਜਿਹਦਾ ਵੱਡਾ ਸਥਾਨ ਹੈ। ਸ੍ਰੀ ਬਾਲਾ ਸੰਦਰਵਾਚ ਚੌਪਈ। ਸ੍ਰੀ ਅੰਗਦ ਜੀ ਸੁਨ ਇਤਿਹਾਸੂ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਅਗਲਾ ਜਿਹੜਾ ਇਤਿਹਾਸ ਪਵਿੱਤਰ ਉਹ ਸੁਣਨਾ ਕਰੋ ਜੀ। ਅਗਰਜ ਗਮਨੇ ਪੁਨ ਸੁਖ ਰਾਸੂ। ਸੁੱਖਾਂ ਦੇ ਜੋ ਰਾਸ ਹੈ, ਸੁੱਖਾਂ ਦੇ ਖਜ਼ਾਨੇ ਜਾਂ ਸਾਰੇ ਸੁੱਖਾਂ ਨੂੰ ਦੇਣ ਵਾਲੇ ਜੋ ਗੁਰੂ ਨਾਨਕ ਸਾਹਿਬ ਜੀ ਹੈ, ਇਸ ਤਰ੍ਹਾਂ ਅੱਗੇ ਚੱਲੇ ਹਨ। ਫਿਰ ਤਾਰੇ ਤਰੈ ਸ਼ੋਰ ਕਰ ਸਭ ਹੀ। ਜਿੰਨੇ ਆਕਾਸ਼ ਵਿੱਚ ਤਾਰੇ ਹੈ ਉਹ ਤਾਰੇ ਸਾਰੇ ਥੱਲੇ ਹੀ ਛੱਡ ਦਿੱਤੇ ਹਨ। ਇੱਥੇ ਵੇਖ ਲਓ ਇਤਿਹਾਸ 'ਚ ਆ ਗਿਆ ਵੀ ਤਾਰੇ ਥੱਲੇ ਰਹਿ ਗਏ ਹੈ। ਅਤੇ ਜਿਹੜਾ ਪਿੱਛੇ ਪ੍ਰਸੰਗ ਭਗਤ ਪ੍ਰਹਿਲਾਦ ਜੀ ਦਾ ਲੰਘਿਆ ਅਤੇ ਕਹਿਣਾ ਵੀ ਅਲਲਾ ਚੀਨਕ ਚੀਨ ਦੇਸ਼ ਦੀ ਗੱਲ ਕੀਤੀ ਹੈ ਉੱਥੇ, ਉਹ ਬਿਲਕੁਲ ਐਵੇਂ ਲਾਪਰਵਾਹੀ ਜੀ ਹੈ। ਮਹਾਰਾਜ ਜੀ ਤੇ ਉਸ ਆਤਮ ਮੰਡਲ ਵਿੱਚ ਗਏ ਜਿੱਥੇ ਭਗਤ ਪ੍ਰਹਿਲਾਦ ਜੀ ਧਰੂ ਜੀ ਰਹਿੰਦੇ ਹੈ। ਉਹ ਕੋਈ ਚੀਨ ਵਿੱਚ ਜਾਂ ਤਿੱਬਤ ਵਿੱਚ ਇਸ ਸੰਸਾਰ ਮੰਡਲ ਤੇ ਬਿਲਕੁਲ ਨਹੀਂ ਹੈ। ਉਰਦ ਪਹੁੰਚੇ ਸ੍ਰੀ ਗੁਰ ਜਬਹੀ। ਗੁਰੂ ਸਾਹਿਬ ਜੀ ਜਦੋਂ ਆਕਾਸ਼ ਦੇ ਵਿੱਚ ਤਾਰਿਆਂ ਨੂੰ ਥੱਲੇ ਛੱਡ ਕੇ ਬੜਾ ਉੱਪਰ ਜਾ ਪਹੁੰਚੇ ਹੈ। ਮਰਦਾਨੇ ਤਬ ਬੂਜਨ ਕੀਨੇ। ਭਾਈ ਮਰਦਾਨਾ ਜੀ ਨੇ ਉਸ ਵੇਲੇ ਪੁੱਛਣਾ ਕੀਤਾ, ਮੁਝ ਹੈ ਬਤਾਵੋ ਪ੍ਰਭੂ ਪਰਬੀਨੇ। ਇਹ ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਮੈਨੂੰ ਦਸੀਏ ਜੀ। ਉਡਗਨ ਇਹਾਂ ਨਾ ਦੀਸਤ ਕੋ। ਇੱਥੇ ਮਹਾਰਾਜ ਜਿੱਥੇ ਅਸੀਂ ਜਾ ਰਹੇ ਹਾਂ ਇੱਥੇ ਤੇ ਕੋਈ ਤਾਰਾ ਨਹੀਂ ਦਿਸ ਰਿਹਾ। ਹਮ ਕਿਹ ਦਿਸ਼ ਤਜ ਆਏ ਸੋ। ਉਹ ਜਿਹੜੇ ਤਾਰੇ ਦਿਸ ਰਹੇ ਸਨ ਆਕਾਸ਼ ਵਿੱਚ, ਮਹਾਰਾਜ ਉਹ ਕਿਸ ਤਰਫ ਛੱਡ ਆਏ ਹਾਂ। ਕਾਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ। ਤੇ ਆ ਜਿਹੜਾ ਪ੍ਰਕਾਸ਼ ਇੱਥੇ ਹੋ ਰਿਹਾ ਚਾਨਣ, ਉਹ ਵੀ ਕਿਸ ਦਾ ਪ੍ਰਕਾਸ਼ ਹੈ। ਅਤ ਉਜਲ ਸੁੰਦਰ ਸੁਖ ਰਾਸਾ। ਜੋ ਬੜਾ ਉਜਲ ਪ੍ਰਕਾਸ਼ ਚਾਨਣ ਚਿੱਟਾ ਹੈ ਤੇ ਸੋਹਣਾ ਹੈ ਸੁੱਖਾਂ ਦੀ ਰਾਸ। ਸੁਨ ਸ੍ਰੀ ਨਾਨਕ ਭਜਨ ਉਚਾਰੇ। ਸੁਣ ਕਰਕੇ ਭਾਈ ਮਰਦਾਨਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ। ਹਮ ਤੇ ਤਰੇ ਰਹੇ ਅਬ ਤਾਰੇ। ਇਹ ਭਾਈ ਬਾਲਾ ਉਹ ਜਿਹੜੇ ਆਕਾਸ਼ ਦੇ ਤਾਰੇ ਹੈ ਉਹ ਸਾਡੇ ਤੋਂ ਥੱਲੇ ਰਹਿ ਗਏ ਆ ਹੁਣ। ਨੀਚੇ ਕਰ ਮੁਖ ਲਿਹੋ ਨਿਹਾਰੀ। ਜੇ ਤੂੰ ਉਹਨਾਂ ਤਾਰਿਆਂ ਨੂੰ ਦੇਖਣਾ ਚਾਹੁੰਦਾ ਹੈ ਤੇ ਆਪਣਾ ਮੁੱਖ ਜਿਹਾ ਥੱਲੇ ਨੂੰ ਕਰਕੇ ਦੇਖ ਲਾ ਤਾਰੇ ਸਾਰੇ। ਰਹੇ ਪ੍ਰਕਾਸ਼ ਥਾਨ ਨਿਚ ਝਾਰੀ। ਜਿਹੜੇ ਆ ਥਾਂ ਹੈ ਜਿੰਨੇ ਸਮੂਹ ਥਾਂ ਹੈ ਸਾਰੇ ਹੀ ਹੇਠਾਂ ਹੀ ਰਹਿ ਗਏ ਹਨ। ਤੇ ਉਹ ਜਿਹੜੇ ਤਾਰੇ ਆਪੋ ਆਪਣੀਆਂ ਪੁਰੀਆਂ ਵਿੱਚ ਪ੍ਰਕਾਸ਼ ਰਹੇ ਹਨ। ਹਮ ਤੇ ਉਰਧ ਏਕ ਲਖੀਜਾ। ਸਾਡੇ ਤੋਂ ਉੱਪਰ ਅੱਜ ਇੱਕ ਤਾਰਾ ਦਿਖ ਰਿਹਾ, ਉਹਨੂੰ ਜਾਣ ਲੈ। ਨਾਮ ਧਰੂ ਜਿਹ ਪ੍ਰਗਟ ਪਨੀਜਾ। ਉਹ ਧਰੂ ਤਾਰਾ ਹੈ। ਧਰੂ ਭਗਤ ਜਿਹੜਾ ਉਹਦੇ ਨਾਮ ਦਾ ਉਹ ਤਾਰਾ ਹੈ ਜਿਸ ਨੂੰ ਧਰੂ ਨਾਮ ਕਰਕੇ ਪ੍ਰਗਟ ਕਿਹਾ ਜਾਂਦਾ ਹੈ। ਧਰੂ ਤਾਰਾ ਕਹਿੰਦੇ ਸਾਰੇ। ਤਾਂ ਕੋ ਇਹਾਂ ਪ੍ਰਕਾਸ਼ ਕਨੇਰੋ। ਉਸ ਧਰੂ ਤਾਰੇ ਦਾ ਇੱਥੇ ਬਹੁਤ ਜਿਹੜਾ
ਪ੍ਰਕਾਸ਼ ਹੈ। ਲਾਗ ਬੈ ਤਪ ਜਿਨ ਕੀਨ ਵਡੇਰੋ। ਇਹ ਭਾਈ ਮਰਦਾਨਾ, ਜਿਸ ਧਰੂ ਨੇ ਆ ਛੋਟੀ ਉਮਰ ਵਿੱਚ 5 ਸਾਲ ਦੀ ਉਮਰ ਵਿੱਚ ਹੀ ਬੜਾ ਤਗੜਾ ਹੀ ਮਹਾਨ ਹੀ ਤਪ ਕੀਤਾ ਸੀ। ਸਭ ਤੈ ਊਚੋ ਅਬ ਚਲ ਰਾਜੂ। ਸਭ ਤੋਂ ਉੱਚਾ ਜੋ ਹੁਣ ਇਸ ਵਕਤ ਧਰੂ ਤਾਰਾ ਹੀ ਹੈ, ਉਹ ਧਰੂ ਭਗਤੀ ਧਰੂ ਤਾਰਾ ਰੂਪ ਹੋ ਕੇ ਸਭ ਤੋਂ ਉੱਚਾ ਹੈ, ਜਿਸ ਨੇ ਅਬਚਲ ਅਟਲ ਰਾਜ ਪਾਇਆ ਹੈ। ਸੰਜੋਤ ਸ਼ੋਭਾ ਰਹਿਓ ਬਿਰਾਜੂ। ਬੜੀ ਸੋਭਾ ਦੇ ਸਹਿਤ ਆਕਾਸ਼ ਵਿੱਚ ਵਿਰਾਜ ਰਿਹਾ, ਸਜ ਧਜ ਰਿਹਾ ਹੈ। ਬੋਲਿਓ ਮਰਦਾਨਾ ਵਡ ਭਾਗੀ। ਵੱਡਿਆਂ ਭਾਗਾਂ ਵਾਲਾ ਜੋ ਭਾਈ ਮਰਦਾਨਾ ਹੈ, ਉਸ ਵੇਲੇ ਬੋਲਿਆ, ਕਥਾ ਸੁਨਨਾ ਕੋ ਜਿਹ ਰੁਚ ਜਾਗੀ। ਜਿਸ ਭਾਈ ਮਰਦਾਨਾ ਜੀ ਨੂੰ ਧਰੂ ਭਗਤ ਦੀ ਸਾਰੀ ਕਥਾ ਸੁਣਨ ਦੀ ਰੁਚੀ ਜਾਗੀ ਹੈ, ਇੱਛਾ ਜਾਗੀ ਹੈ। ਸ੍ਰੀ ਗੁਰ ਜੀ ਇਹ ਸਰਬ ਪ੍ਰਸੰਗਾ। ਕਿਆ ਹੈ ਵੀ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ, ਜਿਹੜਾ ਧਰੂ ਭਗਤ ਦਾ ਸਾਰਾ ਹੀ ਪ੍ਰਸੰਗ ਕਥਾ ਹੈ। ਜਿਉ ਪਾਇਓ ਉਨ ਖਾਨ ਉਤੰਗਾ। ਖਾਨ ਉਤੰਗਾ, ਜਿਵੇਂ ਧਰੂ ਭਗਤ ਨੇ ਬੜਾ ਉੱਚਾ ਸਥਾਨ ਪਾਇਆ, ਅਬਚਲ ਰਾਜ ਪਾਇਆ ਹੈ। ਲਗ ਤਪ ਕੀਨੋ ਕਿਹ ਕਾਰਨ। ਮਹਾਰਾਜੋ ਦੱਸੀਏ ਵੀ ਐਸਾ ਕਿਹੜਾ ਕਾਰਨ ਹੋ ਗਿਆ ਹੈ, ਕਿਸ ਕਾਰਨ ਕਰਕੇ ਉਸਨੇ ਛੋਟੀ ਉਮਰ ਵਿੱਚ ਹੀ ਬੜਾ ਤਪ ਕੀਤਾ ਤਗੜਾ। ਪ੍ਰਭੁ ਰਜਾਏ ਵਿਪਤ ਵਿਦਾਰਨਾ। ਜੋ ਸਾਰੀਆਂ ਵਿਪਤਾਂ ਮੁਸੀਬਤਾਂ ਨੂੰ ਦੂਰ ਕਰਨ ਵਾਲੇ ਪ੍ਰਭੂ ਪਰਮੇਸ਼ਰ ਹੈ, ਵੀ ਉਹਨਾਂ ਨੂੰ ਤਪ ਕਰਕੇ ਉਹਨੇ ਰਝਾ ਲਿਆ, ਪ੍ਰਸੰਨ ਕਰ ਲਿਆ ਸੀ। ਸੋ ਸਭ ਮੁਝ ਕੋ ਦੇਹੁ ਸੁਨਾਈ। ਉਹ ਸਾਰਾ ਪ੍ਰਸੰਗ ਕਥਾ ਗੁਰੂ ਨਾਨਕ ਸਾਹਿਬ ਜੀ ਮੈਨੂੰ ਮਰਦਾਨੇ ਨੂੰ ਦੱਸ ਦਿਓ। ਚਲਹੁ ਬਹਰ ਦੇਖਾਂ ਤਿਹ ਤਾਈ। ਫਿਰ ਜਿੱਥੇ ਧਰੂ ਭਗਤ ਆਪ ਵੀ ਰਹਿੰਦੇ ਉੱਥੇ ਵੀ ਚੱਲੋ ਤੇ ਉਹਨਾਂ ਨੂੰ ਵੀ ਜਾ ਕੇ ਦੇਖ ਲਈਏ ਵੀ ਕਿਸ ਥਾਂ ਰਹਿੰਦੇ ਹਨ। ਅਸ ਪ੍ਰਕਾਰ ਕੇ ਸੁਨ ਕਰ ਬੈਨਾ। ਇਸ ਤਰ੍ਹਾਂ ਦੇ ਭਾਈ ਮਰਦਾਨੇ ਦੇ ਮਹਾਰਾਜ ਬਚਨ ਸੁਣ ਕਰਕੇ ਬੋਲੇ ਸ੍ਰੀ ਨਾਨਕ ਗੁਣ ਐਨਾ। ਜੋ ਗੁਰੂ ਨਾਨਕ ਸਾਹਿਬ ਜੀ ਸਾਰੇ ਗੁਣਾਂ ਦੇ ਘਰ ਹੈ, ਫਿਰ ਬਚਨ ਬੋਲੇ, ਸਕਲ ਧਰੁਵ ਕੋ ਸੁਨਹੁ ਪ੍ਰਸੰਗਾ। ਐ ਵੀ ਭਾਈ ਮਰਦਾਨਾ, ਜਿਹੜਾ ਸਾਰਾ ਹੀ ਧਰੂ ਭਗਤ ਦਾ ਪ੍ਰਸੰਗ ਹੈ, ਕਿਵੇਂ ਤਪ ਕੀਤਾ ਹੈ, ਉਹ ਤੂੰ ਸੁਣ ਧਿਆਨ ਨਾਲ। ਓ ਮਰਦਾਨੇ ਸੰਗ ਮੰਗਾ। ਇਹ ਭਾਈ ਮਰਦਾਨਾ ਜੀ ਬੜੇ ਚਾਅ ਉਤਸ਼ਾਹ ਨਾਲ। ਪੂਰਬ ਭਇਓ ਏਕ ਭੂਪਾਲਾ। ਇੱਕ ਸਮੇਂ ਦੀ ਗੱਲ ਹੈ ਵੀ ਸਭ ਤੋਂ ਪਹਿਲਾਂ ਜੋ ਇੱਕ ਰਾਜਾ ਹੋਇਆ ਹੈ, ਸ਼ੰਭੂ ਮਨ ਜਿਹ ਨਾਮ ਵਿਸਾਲਾ। ਸ਼ੰਭੂ ਮਨ, ਜਿਸ ਦਾ ਨਾਮ ਹੈ ਸ਼ੰਭੂ ਮਨ, ਬੜਾ ਤਕੜਾ ਹੀ ਉਹ ਹੋਇਆ ਮਹਾਨ। ਸੁਤੀ ਭਾਰ ਜਾ ਤਿਹ ਸਤ ਰੂਪਾ। ਉਸ ਦੀ ਇਸਤਰੀ ਸੀ ਸਤ ਰੂਪਾ। ਇਹ ਜਦੋਂ ਪੁਰਾਣਾ ਵਿੱਚ ਜ਼ਿਕਰ ਹੈ, ਪਿੱਛੇ ਵੀ ਕੱਲ ਦੱਸਿਆ ਸੀ ਕਿ ਬ੍ਰਹਮਾ ਨੇ ਜਦੋਂ ਕਹਿੰਦੇ ਹੈ ਇਹ ਪੈਦਾ ਹੋਏ ਤੇ ਆਪਣੇ ਸਰੀਰ ਨੂੰ 2 ਭਾਗਾਂ ਵਿੱਚ ਕਰ ਲਿਆ ਸੀ। ਅੱਧੇ ਤੋਂ ਸਵੰਭੂ ਮਨ ਤੇ ਅੱਧੇ ਤੋਂ ਜਿਹੜੇ ਸਤ ਰੂਪਾ ਪੈਦਾ ਹੋਈ। ਪਹਿਲਾਂ ਇਹ ਪੁੱਤਰ ਪੁੱਤਰੀ ਸਨ, ਉਹ ਸੇਵਾ ਮੰਗਣੇ ਕਰਕੇ ਇਹ ਇਸਤਰੀ ਪੁਰਸ਼ ਘਰ ਵਾਲਾ ਬਣ ਗਏ ਸੀ। ਤੇਨਾ ਤੇ ਦ્વੈਸਤ ਭਏ ਅਨੂਪਾ। ਇਹ ਭਾਈ ਮਰਦਾਨਾ, ਉਹ ਸਤ ਰੂਪਾ ਦੇ ਪੇਟ ਤੋਂ ਸ਼ੰਭੂ ਮਨ ਦੇ ਘਰ 2 ਪੁੱਤਰ ਹੋਏ, ਬੜੇ ਅਨੂਪਮ ਸੁੰਦਰ। ਰੇ ਬ੍ਰਤ ਏਕ ਵਿਦਤ ਜਗ ਮਾਹੀ। ਇੱਕ ਤੇ ਜਿਹੜਾ ਹੈ ਪ੍ਰੇ ਬ੍ਰਤ ਨਾਮ ਦਾ, ਜੋ ਸੰਸਾਰ ਵਿੱਚ ਪ੍ਰਗਟੀ ਹੈ। ਜਿਹ ਰਥ ਪਹਿਨ ਉਦਦ ਖਟਾਈ। ਜਿਸ ਤੇ ਰਥ ਦੇ ਪਹੀਆਂ ਨਾਲ ਹੀ ਇਹ ਸਮੁੰਦਰ 7 ਜਿਹੜੇ ਖੋਦੇ ਸਨ, ਪੁੱਟੇ ਗਏ ਸੀ। ਉਹ ਕਥਾ ਹੁੰਦੀ ਹੈ ਪੁਰਾਣਾ ਵਿੱਚ, ਐਵੇਂ ਕਿ ਕਹਿੰਦੇ ਵੀ ਜੇ ਪ੍ਰਿਆ ਬ੍ਰਤ ਜਿਹੜਾ ਰਾਜਾ ਹੋਇਆ ਸੀ ਜਦੋਂ, ਤੇ ਇਸ ਨੇ ਸੋਚਿਆ ਵੀ ਮੇਰੀ ਤਰੱਕੀ ਹੋਵੇ, ਵੀ ਆ ਜਿਹੜਾ ਸੂਰਜ ਹੈ
ਇਹ ਤੇ ਸਵੇਰੇ ਚੜ੍ਹਦਾ ਹੈ ਤੇ ਸ਼ਾਮ ਨੂੰ ਇਹ ਸਮਾਪਤ ਹੋ ਜਾਂਦਾ ਹੈ, ਗੁਪਤ ਹੋ ਜਾਂਦਾ ਹੈ। ਇਸ ਨੇ ਫਿਰ ਸੂਰਜ ਵਰਗਾ ਜਿਹੜਾ ਰਥ ਜਿਹਾ ਬਣਾ ਕੇ ਆਕਾਸ਼ ਵਿੱਚ ਚਾੜ ਦਿੱਤਾ। ਉਹ ਰਾਤ ਨੂੰ ਉਹ ਚਾਨਣ ਕਰਿਆ ਕਰੇ ਤੇ ਸੂਰਜ ਨੂੰ ਇਹ ਵੇਖ ਕੇ ਬੜੀ ਉਹ ਈਰਖਾ ਜੀ ਜਾਗੀ, ਜਿਹਦੇ ਕਰਕੇ ਉਸਨੇ ਈਰਖਾ ਵਿੱਚ ਆ ਕੇ ਇਹਦਾ ਉਹ ਆਪਣੇ ਵਰਗਾ ਬਣਿਆ ਰਥ ਜਿਹੜਾ ਉਹ ਸਾੜ ਦਿੱਤਾ। ਇਸ ਨੇ ਫਿਰ ਬਣਾ ਕੇ ਚਾੜ ਦਿੱਤਾ, ਉਹਨੇ ਦੂਸਰਾ ਵੀ ਸਾੜ ਦਿੱਤਾ। ਇਵੇਂ 7 ਰਥ ਜਿਹੜੇ ਚਾੜੇ ਸਨ ਸੂਰਜ ਬਣਾ ਕੇ, ਉਹ ਜਿੱਥੇ ਜਿੱਥੇ ਕਹਿੰਦੇ ਉਹ ਡਿੱਗੇ ਦੇ ਪਈਏ ਰਥਾਂ ਦੇ, ਉੱਥੇ ਉੱਥੇ ਉਹ 7 ਸਮੁੰਦਰ ਜਿਹੜੇ ਹੈ ਪੁੱਟੇ ਗਏ। ਇਵੇਂ ਪੁਰਾਣਾ ਵਿੱਚ ਉਹ ਕਥਾ ਆਉਂਦੀ ਹੈ ਤੇ ਕਵੀ ਜੀ ਨੇ ਇੱਥੇ ਉਹ ਟੂਕ ਮਾਤਰ ਇਸ਼ਾਰਾ ਦੇ ਦਿੱਤਾ ਵੀ ਇੱਕ ਪ੍ਰਿਯਵਰਤ ਰਾਜਾ ਹੋਇਆ ਸੰਸਾਰ ਦੇ ਵਿੱਚ, ਤੇ ਜਿਸ ਦੇ ਰਥ ਦੇ ਪਹੀਆਂ ਨਾਲ ਹੀ 7 ਸਮੁੰਦਰ ਖੋਦੇ ਗਏ, ਪੁੱਟੇ ਗਏ ਸਨ। ਦੁਤੀਯ ਉਤਾਨਪਾਦ ਨਿਰਪਾਲਾ। ਦੂਸਰਾ ਜਿਹੜਾ ਉਤਾਨਪਾਦ ਰਾਜਾ ਹੋਇਆ ਬੜਾ ਤਕੜਾ, ਭੂਕ ਕਰਹਿ ਰਾਜ ਵਿਸਾਲਾ। ਜੋ ਧਰਤੀ ਦਾ ਰਾਜ ਭਾਗ ਬੜਾ ਤਕੜਾ ਹੀ ਕਰਦਾ ਸੀ ਇਹ ਉਤਾਨਪਾਦ ਰਾਜਾ। ਤਿਹ ਕੈ ਸਦਨ ਹੁਤੀ ਯੁਗ ਨਾਰੀ। ਉਸ ਉਤਾਨਪਾਦ ਦੇ ਘਰ 2 ਦੀਆਂ ਨਾਰੀਆਂ ਸਨ ਘਰ ਵਾਲੀਆਂ, ਇੱਕ ਦਾ ਨਾਮ ਸੀ ਸਰੁਚੀ ਤੇ ਇੱਕ ਦਾ ਨਾਮ ਸੀ ਸੁਨੀਤਾ। ਇੱਕ ਅਨੇਹ ਇੱਕ ਪ੍ਰਾਨਨ ਪਿਆਰੀ। ਉਤਾਨਪਾਦ ਰਾਜੇ ਨੂੰ ਇੱਕ ਤੇ ਪ੍ਰਾਣਾ ਤੋਂ ਵੱਧ ਪਿਆਰੀ ਸੀ ਸਰੁਚੀ, ਤੇ ਜਿਹੜੀ ਸੁਨੀਤਾ ਉਹਦੇ ਨਾਲ ਇਹਦਾ ਕੋਈ ਪਿਆਰ ਨਹੀਂ ਸੀ। ਬਸੀ ਸਰੋਚ ਕੇ ਅਸਬਿਦ ਸੋ। ਜਿਹੜੀ ਸਰੁਚੀ ਦੀ ਘਰ ਵਾਲੀ ਉਹ ਤੇ ਇਸ ਤਰ੍ਹਾਂ ਇਹ ਰਾਜੇ ਦੇ ਹਿਰਦੇ ਵਿੱਚ ਵਸੀ ਹੋਈ ਸੀ, ਇਸ ਤਰ੍ਹਾਂ ਉਹਦੇ ਵਸ ਹੋਇਆ ਪਿਆ ਸੀ। ਮਨਹੁ ਮੋਲ ਕੋ ਲੀਨੋ ਕੋ। ਜਿਵੇਂ ਕੋਈ ਕਿਸੇ ਨੂੰ ਮੁੱਲ ਖਰੀਦ ਲੇ, ਸਰੁਚੀ ਦੇ ਵਸ ਤੇ ਐਵੇਂ ਹੋਇਆ ਪਿਆ ਸੀ ਜਿਵੇਂ ਉਸਨੇ ਇਹਨੂੰ ਮੁੱਲ ਹੀ ਖਰੀਦ ਲਿਆ ਹੋਵੇ। ਦੁਤੀ ਸੁਨੀਤਾ ਸੋ ਨਹਿ ਨੇਹਾ। ਦੂਸਰੀ ਜਿਹੜੀ ਸੁਨੀਤਾ ਸੀ ਦੀ ਘਰ ਵਾਲੀ, ਜਿਹਦੇ ਨਾਲ ਇਹਦਾ ਕੋਈ ਮੋਹ ਪ੍ਰੇਮ ਪਿਆਰ ਨਹੀਂ ਸੀ। ਪੁਰਾ ਧਰੁਵ ਪ੍ਰਗਟਿਓ ਜਿਸ ਗ੍ਰਹਿਆ। ਜਿਸ ਦੇ ਸੁਨੀਤਾ ਜਿਹੜੀ ਸੁਨੀਤਾ ਹੈ, ਜਿਸ ਦੇ ਪੇਟੋਂ ਜਿਸ ਦੇ ਘਰ ਪਹਿਲਾ ਇਹ ਧਰੂ ਭਗਤ ਜਿਹੜਾ ਪ੍ਰਗਟ ਹੋਇਆ। ਐਵੇਂ ਉਹ ਲਿਖਿਆ ਹੋਇਆ ਕਈ ਥਾਵਾਂ 'ਤੇ ਵੀ ਸੁਨੀਤਾ ਦੇ ਪੇਟ ਤੋਂ ਜਿਹੜੇ ਹੈ, ਸੁਨੀਤਾ ਦੇ ਪੇਟ ਤੋਂ 4 ਪੁੱਤਰ ਹੋਏ ਸਨ। ਇੱਕ ਤੇ ਧਰੂ ਭਗਤ ਪਹਿਲਾ, ਦੂਸਰਾ ਕੀਰਤੀਮਾਨ, ਤੀਸਰਾ ਆਯੁਸ਼ਮਾਨ, ਚੌਥਾ ਵਾਸ। ਤੇ ਇਹ ਜਿਹੜੀ ਸੁਰੁਚੀ ਸੀ ਇਹਦੇ ਪੇਟ ਤੋਂ ਇੱਕੋ ਹੀ ਜਨਮਿਆ ਸੀ ਜਿਹਦਾ ਨਾਮ ਉੱਤਮ ਸੀ। ਪੰਜ ਬਰਖ ਧਰੁਵ ਕੀ ਭੀ ਬੈਸਾ। ਜਦੋਂ 5 ਸਾਲ ਧਰੂ ਭਗਤ ਦੀ ਉਮਰ ਹੋ ਗਈ। ਇੱਕ ਦਿਨ ਗਇਓ ਤਾਤ ਜਹ ਬੈਸਾ। ਇੱਕ ਦਿਨ ਦੀ ਗੱਲ ਹੈ ਵੀ ਜਿੱਥੇ ਦਾ ਪਿਤਾ ਉਤਾਨਪਾਦ ਬੈਠਾ ਹੋਇਆ ਸੀ, ਉੱਥੇ ਹੱਸਦਾ ਹੱਸਦਾ ਖੇਡਦਾ ਖੇਡਦਾ ਭਗਤ ਧਰੂ ਚਲਾ ਗਿਆ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹੈ, ਧਰੂ ਹੱਸਦਾ ਘਰ ਆਇਆ, ਪਿਆਰ ਪਿਓ ਪੁੱਛੜ ਲੀਤਾ। ਸਹਿਤ ਦੁਲਾਰ ਅੰਕ ਕੇ ਮਾਹੀ। ਬੜੇ ਲਾਡ ਪਿਆਰ ਦੇ ਸਹਿਤ ਆਪਣੀ ਪਿਤਾ ਦੀ ਗੋਦੀ ਵਿੱਚ ਬੈਠਿਓ ਚਾਵ ਹਿਰਦੇ ਬਹੁ ਜਾਹੀ। ਜਿਸ ਧਰੂ ਦੇ ਹਿਰਦੇ ਵਿੱਚ ਬਹੁਤ ਚਾਅ ਸੀ ਪਿਓ ਦੀ ਗੋਦੀ ਵਿੱਚ ਬੈਠਣ ਦਾ, ਤੇ ਜਾ ਬੈਠਿਆ। ਤਬ ਤਿਹ ਕਾਲ ਬਿਮਾਤਾ ਆਈ। ਜਿਸ ਵੇਲੇ ਧਰੂ ਭਗਤ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਿਆ ਹੋਇਆ ਸੀ, ਉਸ ਵੇਲੇ ਜਿਹੜੀ ਮਤਰੇਈ ਮਾਂ ਆਈ। ਦੇਖ ਸੌਤ ਸੁਤ ਰਿਸ ਉਪਜਾਈ। ਇਹ ਸਰੁਚੀ ਸੀ ਮਤਰੇਈ ਮਾਂ। ਇਹਨੇ ਦੇਖਿਆ ਵੀ ਮੇਰੀ ਸੌਂਕਣ ਦਾ ਪੁੱਤ ਇਹ ਬੈਠਾ ਹੋਇਆ ਮੇਰੇ ਪਤੀ ਦੀ ਗੋਦ ਵਿੱਚ। ਵੇਖ ਕੇ ਇਹਨੇ ਬੜਾ ਗੁੱਸਾ ਖਾਦਾ, ਗੁੱਸਾ ਪੈਦਾ ਕੀਤਾ। ਕਰ ਗਹਿ ਬਲ ਸੋ ਦੀਨ ਉਠਾਈ। ਆਪਣੇ ਹੱਥ ਨਾਲ ਪਕੜ ਕੇ ਬੜਾ ਬਲ ਜਾ ਲਾ ਕੇ ਤੇ ਉਹ ਗੋਦੀ ਵਿੱਚੋਂ ਉਠਾ ਦਿੱਤਾ ਧਰੂ ਭਗਤ ਨੂੰ। ਬਹੁ ਕਠੋਰ ਮੁਖ ਗਿਰਾ ਅਲਾਈ। ਤੇ ਮੁਖ ਤੋਂ ਵੀ ਬੜੀ ਸਖਤ
ਬਾਣੀ ਕਈ ਝਿੜਕਿਆ ਮਾਰਿਆ। ਬੈਸਨ ਪਿਤ ਕੇ ਅੰਕ ਮਝਾਰਾ। ਕਹਿੰਦੇ ਵੀ ਆ ਪਿਤਾ ਦੀ ਗੋਦੀ ਵਿੱਚ ਬੈਠਣਾ ਤੇਰਾ ਹੈ ਬੱਚੇ, ਨਹਿ ਬਾਲਕ ਤੇਰੋ ਅਧਿਕਾਰਾ। ਉਹ ਬੱਚੇ ਤੇਰਾ ਕੋਈ ਅਧਿਕਾਰ ਹੱਕ ਹੁੱਕ ਨਹੀਂ ਹੈ ਪਿਓ ਦੀ ਗੋਦੀ ਵਿੱਚ ਬੈਠਣਾ ਸਜ ਧੱਜ ਕੇ। ਜੇ ਇਹ ਪਦ ਲੇਵਨ ਇਛ ਤੇਰੇ। ਜੇ ਇਹ ਪਦਵੀ ਲੈਣ ਦੀ ਤੇਰੇ ਇੱਛਾ ਹੈ ਨਾ ਮਨ ਵਿੱਚ ਵੀ ਮੈਂ ਪਿਓ ਦੀ ਗੋਦੀ ਵਿੱਚ ਬੈਠਾ, ਕਰੋ ਕਠਨ ਜਪ ਤਾਪ ਕਨੇਰੇ। ਫਿਰ ਤੂੰ ਇੰਝ ਕਰ ਵੀ ਬਹੁਤ ਹੀ ਜਪ ਤਪ ਆ ਸਖਤ ਸਰੀਰ ਨੂੰ ਕਰਕੇ ਤੰਗੀ ਸਹਿ ਕੇ ਫਿਰ ਜਪ ਤਪ ਕਰ ਬਹੁਤੇ। ਬ੍ਰਤ ਸਾਧ ਪੁਨ ਨਿਜ ਤਨ ਤਿਆਗੀ। ਬ੍ਰਤ ਨਿਜ ਮਾਦਕ ਰੱਖ ਕੇ ਸਾਧਨਾ ਕਰ ਤੇ ਸਾਧਨਾ ਕਮਾ ਕੇ ਆਪਣੇ ਸਰੀਰ ਨੂੰ ਛੱਡ ਆ ਪਹਿਲਾਂ ਮਾਰੇ ਇੱਕ ਵਾਰ। ਜਨਮ ਉਦਰ ਮਾਮਾ ਹੋ ਵਡ ਭਾਗੀ। ਫਿਰ ਵੱਡਿਆਂ ਭਾਗਾਂ ਵਾਲਾ ਹੋ ਕੇ ਮੇਰੇ ਪੇਟੋਂ ਜਨਮ ਲੈ ਤੂੰ ਪੈਦਾ ਹੋ। ਜੇ ਤੂੰ ਪਿਓ ਦੀ ਗੋਦੀ 'ਚ ਬਹਿਣਾ ਚਾਹੁੰਦਾ ਹੈ, ਆ ਰਾਜ ਸਿੰਘਾਸਨ ਲੈਣਾ ਚਾਹੁੰਦਾ ਹੈ, ਅਬ ਤੋਹਿ ਉਚਿਤ ਰਾਜ ਕੋ ਲੈਣਾ। ਫਿਰ ਤੇਰਾ ਜਿਹੜਾ ਇਹ ਰਾਜ ਲੈਣ ਦੇ ਯੋਗ ਹੈ ਤੂੰ, ਫਿਰ ਤੂੰ ਪਿਓ ਦੀ ਗੋਦੀ ਦੇ ਵਿੱਚ ਬੈਠਣ ਦੇ ਯੋਗ ਹੈ। ਜੇ ਤੂੰ ਇੱਕ ਤਪ ਕਰੇ ਪਹਿਲਾਂ ਸਰੀਰ ਛੱਡ ਕੇ ਮੇਰੇ ਪੇਟੋਂ ਜਨਮੇ। ਹਸ ਕਹਿ ਝਿੜਕਿਓ ਰਿਸ ਭਰਨਾ ਨਾ। ਇਸ ਤਰ੍ਹਾਂ ਭਾਈ ਮਰਦਾਨਾ ਉਹ ਮਤਰੇਈ ਮਾਂ ਨੇ ਨੇਤਰਾਂ ਵਿੱਚ ਬੜਾ ਗੁੱਸਾ ਜਿਹਾ ਭਰ ਕੇ ਤੇ ਧਰੂ ਭਗਤ 5 ਸਾਲ ਦੇ ਛੋਟੇ ਜਿਹੇ ਬੱਚੇ ਨੂੰ ਝਿੜਕਿਆ। ਦੀਨ ਭਇਓ ਰੋਦਨ ਵੱਡ ਕੀਨਾ। ਧਰੂ ਛੋਟਾ ਸੀ, ਬੜਾ ਦੀਨ ਨਿਮਾਣਾ ਹੋਇਆ, ਬਹੁਤ ਰੋਣ ਲੱਗਾ, ਡੁੱਡੋਂ ਲਿਕਾ ਮਾਂ ਪੁੱਛੇ। ਪੀਰ ਬਸ ਨ੍ਰਿਪ ਨਹਿ ਆਦਰ ਕੀਨਾ ਆਦਰ ਦੀਨਾ। ਇਹ ਜਿਹੜਾ ਰਾਜਾ ਤਾਣਪਾਦ ਸੀ, ਇਸਤਰੀ ਦੇ ਵਸ ਹੋਇਆ ਸੀ ਰਾਜਾ, ਇਹਨੇ ਆਪਣੇ ਪੁੱਤਰ ਦਾ ਕੋਈ ਆਦਰ ਨਹੀਂ ਕੀਤਾ ਵੀ ਤੂੰ ਕੌਣ ਹੋਣੀ ਮੇਰੇ ਪੁੱਤ ਨੂੰ ਕਹਿਣ ਵਾਲੀ। ਮੋਚਤ ਲੋਚਨ ਤੇ ਜਲ ਧਾਰਾ। ਇਹ ਸਾਰੀ ਕਾਮ ਦ੍ਰਿਸ਼ਟੀ ਦੇ ਨਾਲ ਮਨੁੱਖ ਵਸ ਹੋ ਜਾਂਦਾ ਹੈ। ਇਹ ਮਨੁੱਖ ਵਸ ਜਦੋਂ ਹੋ ਗਿਆ ਫਿਰ ਉਹਦੇ ਨਾ ਕੋਈ ਮਾਂ, ਨਾ ਕੋਈ ਭੈਣ, ਨਾ ਕੋਈ ਭਾਈ, ਇੱਕੋ ਹੀ ਬਸ ਉਹ ਆਪਣਾ ਹੀ ਦੇਖੇਗਾ। ਇਹ ਰਾਜਾ ਵੀ ਉਸ ਰੁਚੀ ਦੇ ਵਸ ਹੋਇਆ ਸੀ। ਪੁੱਤਰ ਰੋਂਦੇ ਵੱਲ ਕੋਈ ਆਦਰ ਨਹੀਂ ਕੀਤਾ ਵੀ ਤੂੰ ਮੇਰੇ ਪੁੱਤਰ ਨੂੰ ਕਿਉਂ ਗਿਆ ਹੈ। ਤੇ ਉਹ ਧਰੂ ਭਗਤ ਵਿਚਾਰਾ ਰੋਂਦਾ ਰੋਂਦਾ ਚਲਾ ਗਿਆ। ਨੇਤਰਾਂ ਵਿੱਚੋਂ ਜਲ ਦੀਆਂ ਧਾਰਾਂ ਸੁੱਟਦਾ ਅਥਰੂ ਘੇਰਦੇ ਹਨ। ਬਚਨ ਬਾਨ ਵਿਦ ਗਇਓ ਵਿਚਾਰਾ। ਉਹ ਮਤਰੇਈ ਮਾਂ ਦੇ ਜਿਹੜੇ ਬਚਨ ਹੈ, ਬਚਨਾਂ ਰੂਪੀ ਤੀਰ ਉਹ ਵਿੰਨ ਗਏ ਵਿਚਾਰੇ ਧਰੂ ਨੂੰ। ਜਾਗਿਓ ਹਿਰਦੇ ਕ੍ਰੋਧ ਕਨੇਰਾ। ਇਹ ਭਾਈ ਮਰਦਾਨਾ ਉਸ ਬੱਚੇ ਨੂੰ ਹਿਰਦੇ ਵਿੱਚ ਬਹੁਤ ਕ੍ਰੋਧ ਜਾਗਿਆ ਉਸ ਵੇਲੇ। ਮਨਹਾ ਸਰਪ ਕਿਨ ਪਗ ਸੋ ਸ਼ੇਰਾ। ਮਾਨੋ ਕਿ ਜਿਵੇਂ ਕਿਸੇ ਨੇ ਪੈਰ ਨਾਲ ਸੱਪ ਨੂੰ ਛੇੜ ਦਿੱਤਾ ਹੋਵੇ ਤੇ ਸੱਪ ਡਸਣ ਪੈਂਦਾ ਹੈ ਨਾ, ਇਸੇ ਤਰ੍ਹਾਂ ਹੀ ਧਰੂ ਨੂੰ ਗੁੱਸਾ ਆਇਆ। ਫਰਕਤ ਅਦਰ ਲੇਤ ਵੱਡ ਸਾਸਾ। ਬੁੱਲ ਫੜਕਦੇ ਆ ਕਿਉਂਕਿ ਹੋਕੇ ਭਰਦਾ ਸੀ ਤੇ ਬੜੇ ਵੱਡੇ ਹੋਕੇ ਸਵਾਸ ਲੈਂਦਾ ਹੈ। ਰੋਵਤ ਆਵਾ ਜਨਨ ਆਵਾਸਾ। ਰੋਂਦਾ ਰੋਂਦੇ ਧਰੂ ਭਗਤ ਜੀ ਆਪਣੀ ਮਾਂ ਪਾਸ ਆਇਓ ਕੁਟੀਆ ਜੀ ਵਿੱਚ। ਬਦਨ ਮਲੀਨਾ ਹੇਰ ਸੁਤ ਕੇਰਾ। ਇਧਰ ਮਾਂ ਨੇ ਆਪਣੇ ਪੁੱਤਰ ਦਾ ਜਿਹੜਾ ਮੁੱਖ ਹੈ ਮੈਲਾ ਜਿਹਾ ਮੁਰਝਾਇਆ ਜਿਹਾ ਵੇਖ ਕਰਕੇ ਭਾਈ ਦੁਖੀ ਕਰ ਸ਼ੋਕ ਕਨੇਰਾ। ਬੜੀ ਦੁਖੀ ਹੋਈ ਹੈ, ਬੜਾ ਸੋਗ ਗਮ ਕੀਤਾ ਮਨ ਵਿੱਚ। ਅਪਰ ਨਰਨ ਤੇ ਸੁਨ ਸੁਧ ਸਾਰੀ। ਹੋਰਨਾਂ ਲੋਕਾਂ ਤੋਂ ਵੀ ਸਾਰੀ ਖਬਰਸਾਰ ਸੁਣੀ ਹੈ ਵੀ ਐਵੇਂ ਧਰੂ ਬੈਠਾ ਸੀ ਗੋਦੀ ਵਿੱਚ, ਉਹ ਸਰੂਚੀ ਆਈ ਹੈ, ਉਹਨੇ ਬਾਂਹ ਫੜ ਕੇ ਤੇ ਕੱਢ ਦਿੱਤਾ ਗੋਦੀ ਚੋਂ, ਚਪੇੜ ਵੀ ਮਾਰੀ ਹੈ। ਇਹ ਰੋਂਦਾ ਰੋਂਦਾ ਆ ਗਿਆ ਇਹ ਸਾਰੀ ਖਬਰ ਸੁਣ ਕੇ। ਰੁਦਿਤ ਦ੍ਰਿਗਨ ਤੇ ਅੰਸਨ ਡਾਰੀ। ਮਾਂ ਸੁਨੀਤਾ ਵੀ ਨੇਤਰਾਂ 'ਚੋਂ ਜਲ ਜਿਹਾ ਅਥਰੂ ਜੇ ਕੇਰਦੀ ਹੋਈ ਬੜਾ ਰੋਂਦੀ ਹੈ ਉਸ ਵੇਲੇ। ਸਵਤ ਗਿਰਾ ਤੇ ਮਨ ਬਿਕੁਲਾਨੀ। ਇਹ ਜੋ ਮੇਰੀ ਸੌਂਕਣ ਹੈ ਤੇ ਇਸ ਮਤਰੇਈ ਮਾਂ ਨੂੰ ਇਹੋ ਜਿਹੀ ਬਾਣੀ ਨਹੀਂ ਕਹਿਣੀ ਚਾਹੀਦੀ ਸੀ, ਇਹਨੂੰ ਮਾਰਨਾ ਨਹੀਂ ਸੀ ਚਾਹੀਦਾ।
ਬੜਾ ਮਨ ਵਿੱਚ ਵਿਆਕਲ ਹੋਈ ਸੁਨੀਤਾ ਮਾਂ। ਲਤਾ ਖੇਦ ਕਰ ਜਨ ਕਮਲਾਨੀ। ਜਿਵੇਂ ਕਹਿੰਦੇ ਵੀ ਆ ਵੇਲ ਚੜੀ ਹੋਵੇ ਤਾਂ ਉਹਨੂੰ ਕੋਈ ਆਵੇ ਤੇ ਖਿੱਚ ਖੁੱਚ ਕੇ ਤੋੜ ਤਾੜ ਕੇ ਰੱਖ ਦੇ, ਬੜਾ ਦੁੱਖ ਹੁੰਦਾ ਹੈ ਤੇ ਉਹ ਕੁਮਲਾ ਜਾਂਦੀ ਹੈ। ਐਵੇਂ ਮਾਤਾ ਕੁਮਲਾ ਗਈ ਹੈ। ਬਦਨਾ ਭੁਜ ਬਹੁ ਕੀਨ ਮਲੀਨਾ। ਜਿਹੜਾ ਕਵਲ ਮੁਖ ਹੈ ਉਸ ਵੇਲੇ ਬਹੁਤ ਮੈਲਾ ਜਿਹਾ ਕੀਤਾ ਸਮਾਨ ਨੇ। ਨਿਜ ਸੁਤ ਅੰਕ ਵਿਖਿਆ ਤਬ ਲੀਨਾ। ਫਿਰ ਆਪਣਾ ਪੁੱਤਰ ਧਰੂ ਆਪਣੀ ਗੋਦੀ ਵਿੱਚ ਬਿਠਾ ਲਿਆਣਾ ਕੀਤਾ। ਖੂਬ ਸਵਾਸ ਲੈ ਬਚਨ ਬਖਾਨੇ। ਬੜੇ ਠੰਡੇ ਜਿਹੇ ਹੋਕੇ ਭਰ ਕੇ ਲੰਮੇ ਸਵਾਸ ਜੇ ਲੈ ਕੇ ਬਚਨ ਕਹੇ। ਸੁਨਹਾ ਪੁੱਤਰ ਇਵ ਲਿਹੁ ਪਛਾਨੇ। ਇਹ ਪੁੱਤਰ ਧਰੂ ਤੂੰ ਸੁਣ ਲਾ, ਇਹ ਸੰਸਾਰ ਦੇ ਵਿੱਚ ਐਵੇਂ ਪਛਾਣ ਲੈ। ਦੁਖ ਸੁਖ ਕੋ ਨਾ ਦੇਤ ਕਹਿਤਾਈ। ਪੁੱਤਰ ਜਿਹੜਾ ਸੁੱਖ ਹੈ ਦੁੱਖ ਹੈ ਕੋਈ ਕਿਸੇ ਦੇ ਤਾਈ ਨਹੀਂ ਦਿੰਦਾ, ਭਾਵ ਕੋਈ ਨਹੀਂ ਸੁੱਖ ਦੁੱਖ ਕਿਸੇ ਨੂੰ ਦੇ ਸਕਦਾ। ਕਰਮ ਕਰ ਹੈ ਜਸ ਤਸ ਫਲ ਪਾਈ। ਇਹ ਤੇ ਮਨੁੱਖ ਜਿਹੋ ਜਿਹੇ ਆਪਣੇ ਕਰਮ ਕਰਦਾ ਪਿਛਲੇ ਜਨਮਾਂ ਵਿੱਚ ਰਹਿ ਕੇ ਉਹਨਾਂ ਕੀਤੇ ਹੋਏ ਕਰਮਾਂ ਦਾ ਹੀ ਫਲ ਪਾ ਲੈਂਦਾ ਹੈ। ਪ੍ਰਥਮ ਪੁਨ ਤੇ ਸੁਖ ਚਲ ਆਵੇ। ਜੇ ਪਹਿਲੇ ਜਨਮਾਂ ਵਿੱਚ ਸਰੀਰਾਂ ਵਿੱਚ ਪੁੰਨ ਕੀਤੇ ਹੋਣ ਤਾਂ ਉਹ ਸੁੱਖ ਚੱਲ ਕੇ ਆ ਜਾਂਦੇ ਉਸ ਦੇ ਅਗਲੇ ਜਨਮਾਂ ਵਿੱਚ। ਕਰੇ ਪਾਪ ਤੇ ਦੁਖ ਫਲ ਪਾਵੇ। ਜੇ ਪਹਿਲੇ ਜਨਮਾਂ ਸਰੀਰਾਂ ਵਿੱਚ ਪਾਪ ਕਰੇ ਤਾਂ ਉਹਨੂੰ ਅਗਲੇ ਜਨਮਾਂ ਵਿੱਚ ਦੁੱਖ ਦਾ ਫਲ ਉਹ ਪਾ ਲੈਂਦਾ। ਦੁੱਖ ਆਪ ਘੇਰਦੇ ਹਨ। ਗਿਰਾ ਸਵਤ ਨੈ ਨਾਚ ਗਿਰਾ ਸਵਤ ਨੈ ਸਾਚ ਉਚਾਰੀ। ਇਸ ਕਰਕੇ ਧਰੂ ਭਗਤ ਉਹ ਜਿਹੜੀ ਸੌਂਕਣ ਹੈ ਤੇਰੀ ਮਤਰੇਈ ਮਾਂ ਉਹਨੇ ਸੱਚ ਹੀ ਕਿਹਾ ਤੈਨੂੰ। ਤੂੰ ਜਨਮਿਆ ਮਾਮਾ ਗਰਭ ਮਝਾਰੀ। ਤੂੰ ਪੁੱਤਰ ਹੁਣ ਮੇਰੇ ਪੇਟੋਂ ਜਿਹੜਾ ਜਨਮਿਆ ਹੈ ਪੈਦਾ ਹੋਇਆ ਹੈ। ਮੰਦ ਭਾਗ ਮੋਹ ਕੋ ਲਖ ਲੀਜੈ। ਪੁੱਤਰ ਧਰੂ ਮੇਰੇ ਮੰਦੇ ਭਾਗ ਭੈੜੇ ਭਾਗਾਂ ਵਾਲੀ ਜਾਣ ਲੈ ਇਸ ਆਪਣੀ ਮਾਂ ਨੂੰ। ਦਾਸੀ ਸਮ ਨਹਿ ਮੁਝੈ ਲਖੀਜੈ। ਜਿਵੇਂ ਰਾਜੇ ਦੀਆਂ ਦਾਸੀਆਂ ਗੋਲੀਆਂ ਹੁੰਦੀਆਂ ਪੁੱਤਰ ਤੂੰ ਦੇ ਮੈਨੂੰ ਦਾਸੀਆਂ ਸਮਾਨ ਵੀ ਨਾ ਜਾਣ। ਸਿੰਘਾਸਨ ਕੀ ਜੇ ਅਬਿਲਾਖੈ। ਮੈਂ ਤੇ ਤੈਨੂੰ ਇਹ ਕਹਿਨੀ ਆ ਵੀ ਜੇ ਤੈਨੂੰ ਰਾਜ ਸਿੰਘਾਸਣ ਤਖਤ ਦੀ ਇੱਛਾ ਹੈ ਲੈਣ ਦੀ, ਭਜਹੁ ਪ੍ਰਭੂ ਮਨ ਕੋ ਥਿਰ ਰਾਖੈ। ਫਿਰ ਤੇ ਪੁੱਤਰ ਇਸ ਮਨ ਨੂੰ ਐ ਟਿਕਾ ਕਰਕੇ ਰੱਖ ਤੇ ਪਰਮੇਸ਼ਰ ਦਾ ਭਜਨ ਕਰ, ਸਿਮਰਨ ਕਰ। ਜਾਸ ਚਰਨ ਕੀ ਸੇਵਨ ਕਰਕੇ। ਜਿਸ ਪਰਮੇਸ਼ਰ ਭਗਵਾਨ ਦੇ ਚਰਨਾਂ ਦੀ ਸੇਵਾ ਕਰਕੇ ਵੱਡੇ ਵੱਡੇ ਮੁਨੀ ਤਪੀ ਜਪੀ। ਲਿਓ ਬ੍ਰਹਮ ਪਦ ਵਿਦ ਹਿਤ ਧਰ ਕੇ। ਵੇਦ ਕਹੀਏ ਬ੍ਰਹਮਾ ਨੇ ਵੀ ਬੜਾ ਹਿਤ ਪ੍ਰੇਮ ਧਾਰ ਕੇ ਬ੍ਰਹਮ ਪਦ ਲਿਆ ਹੈ। ਉਸਨੇ ਵੀ ਪਰਮੇਸ਼ਰ ਦੀ ਲੰਬੀ ਤਪੱਸਿਆ ਕਰਕੇ ਤੇ ਸ੍ਰਿਸ਼ਟੀ ਰਚਨ ਦੀ ਸੇਵਾ ਲਈ ਹੋਈ ਹੈ। ਤੋਰ ਪਿਤਾ ਮਾਂ ਭਾ ਮਨ ਰਾਜੂ। ਇਹ ਧਰੂ ਭਗਤ ਪੁੱਤਰ ਤੇਰਾ ਜੋ ਦਾਦਾ ਹੋਇਆ ਹੈ ਸਵਯੰਭੂ ਮਨ ਰਾਜਾ। ਕੀਨ ਅਨਕ ਮਖ ਭੂਰ ਸਮਾਜੂ। ਉਸਨੇ ਆਪਣੇ ਸਮੇਂ ਵਿੱਚ ਬਹੁਤਾ ਸਾਜੋ ਸਮਾਨ ਇਕੱਠਾ ਕਰਕੇ ਪੁੱਤਰ ਬਹੁਤ ਜਗ ਕੀਤੇ ਸਨ। ਹਰ ਕੋ ਸਿਮਰਨ ਕਰ ਸੁਖ ਪਾਵਾ। ਹਰ ਪਰਮੇਸ਼ਰ ਦਾ ਸਿਮਰਨ ਕਰਕੇ ਤੇ ਉਸਨੇ ਸੁਖ ਪਾਇਆ ਸੀ ਅਖੀਰ। ਪੁਨ ਪ੍ਰਭ ਪਦ ਮਹਿ ਅੰਤ ਸਮਾਵਾ। ਫਿਰ ਉਹ ਪ੍ਰਭੂ ਪਰਮੇਸ਼ਰ ਦੇ ਚਰਨਾਂ ਵਿੱਚ ਅੰਤ ਨੂੰ ਸਰੀਰ ਛੱਡ ਕੇ ਸਮਾ ਗਿਆ ਸੀ ਤੇਰਾ ਦਾਦਾ। ਤਾਤੇ ਹੈ ਸਤ ਮਨ ਕਰਮ ਬਚਨਾ। ਇਸ ਵਾਸਤੇ ਹੈ ਪੁੱਤਰ ਧਰੂ ਤੂੰ ਮਨ ਕਰਕੇ ਕਰਮ ਸਰੀਰ ਕਰਕੇ ਬਚਨ ਬਾਣੀ ਕਰਕੇ। ਜਾਹੋ ਸ਼ਰਨ ਜਾ ਕੀ ਸਭ ਰਚਨਾ। ਜਿਸ ਪਰਮੇਸ਼ਰ ਦੀ ਆ ਸਾਰੀ ਰਚਨਾ ਸ੍ਰਿਸ਼ਟੀ ਹੈ ਤੂੰ ਵੀ ਪੁੱਤਰ ਉਸੇ ਦੀ ਸ਼ਰਨ ਚਲਿਆ ਜਾ ਹੁਣ।
ਖੋਜਤ ਮਨ ਜਨ ਜੋਗੀ ਜਾਸੂ। ਜਿਸ ਪਰਮੇਸ਼ਰ ਭਗਵਾਨ ਨੂੰ ਵੱਡੇ ਵੱਡੇ ਜੋਗੀ ਜਨ ਮੁਨੀ ਵੀ ਲੱਭਦੇ ਫਿਰਦੇ ਐ। ਸਿਮਰਹੁ ਤਿਹ ਪਹਿ ਫਲ ਆਸੂ। ਉਸ ਪਰਮੇਸ਼ਰ ਦਾ ਤੂੰ ਸਿਮਰਨ ਕਰ, ਉਹਨੂੰ ਯਾਦ ਕਰ, ਬੜੀ ਛੇਤੀ ਫਲ ਪਾ ਲਵੇਂਗਾ ਪਰਮ ਪਦ। ਸੁਨਿਓ ਮਾਤ ਉਪਦੇਸ਼ ਵਿਸਾਲਾ। ਜਦੋਂ ਧਰੂ ਭਗਤ ਨੇ ਆਪਣੀ ਮਾਤਾ ਸੁਨੀਤਾ ਦਾ ਬੜਾ ਤਕੜਾ ਮਹਾਨੀ ਉਪਦੇਸ਼ ਸੁਣਿਆ ਹੈ, ਭਗਤੀ ਵਾਲਾ, ਹਿਰਦਾ ਧੀਰ ਧਰੀ ਤਿਹ ਕਾਲਾ। ਉਸ ਸਮੇਂ ਸੁਣ ਕੇ ਹਿਰਦੇ ਵਿੱਚ ਬੜੀ ਵੱਡੀ ਧੀਰਜ ਹੌਸਲਾ ਰੱਖਿਆ ਹੈ। ਤੂਰਨ ਤ੍ਰਿਣ ਸਮ ਪੁਨ ਕੋ ਤਿਆਗੀ। ਮਾਤਾ ਦਾ ਉਪਦੇਸ਼ ਸੁਣਿਆ ਹੀ ਹੈ, ਕਹਿੰਦੇ ਸ਼ਹਿਰ ਨੂੰ ਤੇ ਇਸ ਤਰ੍ਹਾਂ ਛੱਡਿਆ ਜਿਵੇਂ ਕੱਖ ਨੂੰ ਨਿਕੰਮਾ ਜਾਣ ਕੇ ਛੱਡ ਦਈਦਾ ਹੈ। ਸ਼ਹਿਰ ਦੇ ਸੁੱਖ ਸਾਰੇ ਹੀ ਛੱਡ ਦਿੱਤੇ ਧਰੂ ਭਗਤ ਨੇ। ਮਧੁਬਨ ਕੋ ਗਮਨਿਓ ਵਡ ਭਾਗੀ। ਵੱਡਿਆਂ ਭਾਗਾਂ ਵਾਲੇ ਧਰੂ ਭਗਤ ਜੀ ਜੋ ਮਧੂਬਨ ਜੰਗਲ ਹੈ ਉਧਰ ਨੂੰ ਚਲਿਆ ਗਿਆ। ਨਾਰਦ ਸੁਨ ਕਰ ਸਭ ਬਿਰਤੰਤਾ। ਇੱਧਰ ਨਾਰਦ ਭਗਤ ਜੀ ਮੁਨੀ ਜੀ ਇਹ ਸਾਰਾ ਹੀ ਪ੍ਰਸੰਗ ਸੁਣ ਕਰਕੇ ਵੀ ਧਰੂ 5 ਸਾਲ ਦਾ ਬੱਚਾ ਜੰਗਲਾਂ ਵਿੱਚ ਨਿਕਲ ਗਿਆ ਹੈ। ਮਿਲਿਓ ਆਨ ਮਗ ਮਹੇ ਤੁਰੰਤਾ। ਬੜੀ ਛੇਤੀ ਨਾਲ ਤੇ ਰਸਤੇ ਵਿੱਚ ਹੀ ਆਣ ਮਿਲਿਆ ਹੈ ਨਾਰਦ ਭਗਤ ਧਰੂ ਭਗਤ ਜੀ ਨੂੰ। ਧਰੁਵ ਮਨ ਕੀ ਲਖ ਕਰ ਰਿਖ ਰਾਈ। ਰਿਖੀਆਂ ਦਾ ਜੋ ਰਾਜਾ ਹੈ ਨਾਰਦ ਮੁਨੀ ਜੀ ਧਰੂ ਭਗਤ ਦੇ ਮਨ ਦੀ ਜਾਣ ਕਰਕੇ ਸਿਰ ਪਰ ਕਰ ਪਰਸਿਓ ਹਿਤ ਲਾਈ। ਬੜਾ ਹਿਤ ਪ੍ਰੇਮ ਲਾ ਕੇ ਸੀਸ ਉੱਪਰ ਆਪਣਾ ਹੱਥ ਛੁਆਇਆ, ਪ੍ਰੇਮ ਕੀਤਾ 5 ਸਾਲ ਦੀ ਉਮਰ ਵੇਖ ਕੇ। ਬਾਲ ਆਰ ਬਲ ਮ੍ਰਿਦਲ ਵਿਸ਼ਾਲਾ। ਜਿਸ ਧਰੂ ਭਗਤ ਦੀ ਉਮਰ ਬਹੁਤ ਛੋਟੀ ਹੈ ਤੇ ਸਰੀਰ ਵੀ ਬੜਾ ਕੋਮਲ ਹੈ। ਸੋਨ ਬਿਮਾਤ ਬਚ ਭਾ ਔਰ ਮਸਾਲਾ। ਕੀ ਪੜਦਾ ਹੈ? ਸੁਨ ਬਿਮਾਤ ਬਚ ਭਾ ਔਰ ਸਾਲਾ। ਸੁਣ ਕੇ ਮਤਰਈ ਮਾਂ ਦਾ ਬਚਨ, ਜਿਸ ਧਰੂ ਭਗਤ ਦੇ ਹਿਰਦੇ ਵਿੱਚ ਬੜੀ ਸੱਲ ਪੀੜਾ ਹੋਈ ਹੈ। ਵਿਗਸਤ ਬਾਣੀ ਬਦਨ ਬਖਾਨੀ। ਹੱਸਦਿਆਂ ਹੋਇਆ ਹੀ ਮੁਖ ਤੋਂ ਨਾਰਦ ਮੁਨੀ ਜੀ ਨੇ ਬਚਨ ਕਿਹਾ। ਸਿਸ ਤਵ ਬੈ ਨਹਿਮਾਨ ਅਮਾਨੀ। ਕਹਿਣ ਲੱਗੇ ਹੇ ਬਾਲਕ, ਤੇਰੀ ਜਿਹੜੀ ਉਮਰ ਹੈ ਪੁੱਤਰ ਆਦਰ ਅਨਾਦਰ ਦੀ ਪਰਵਾਹ ਕਰਨ ਵਾਲੀ ਨਹੀਂ ਹੈ। ਤੂੰ ਤੇ ਬਚਪਨ ਵਿੱਚ ਹੈ, ਤੇਰਾ ਕੋਈ ਆਦਰ ਕਰੇ ਅਨਾਦਰ ਕਰੇ ਤੈਨੂੰ ਪਰਵਾਹ ਨਹੀਂ ਕਰਨੀ ਚਾਹੀਦੀ। ਤੈਨੂੰ ਅਜੇ ਆਦਰ ਅਨਾਦਰ ਕੀ ਕਹਿੰਦਾ ਹੈ? ਪੁੱਤਰ ਐਵੇਂ ਪਰਵਾਹ ਨਹੀਂ ਕਰੀਦੀ ਹੋਈਆਂ ਗੱਲਾਂ ਦੀ। ਖਾਨ ਪਾਨ ਖੇਲਨ ਰਸ ਰੀਤਾ। ਅਜੇ ਤੇ ਤੁਹਾਡੀ ਉਮਰ ਖਾਣ ਪੀਣ ਦਾ ਰਸ ਲੈਣ ਵਾਲੀ ਹੈ, ਇਸੇ ਤਰ੍ਹਾਂ ਖੇਲਣ ਦਾ ਰਸ ਲੈਣ ਵਾਲੀ ਰੀਤੀ ਦਾ ਸਮਾਂ ਹੈ ਤੁਹਾਡਾ। ਇਨਹਿ ਚਾਹੇ ਤੂੰ ਕਿਉਂ ਵਿਪਰੀਤਾ। ਵੀ ਤੂੰ ਇਹਨਾਂ ਨੂੰ ਜਿਹੜਾ ਛੱਡ ਕਰਕੇ ਕਿਉਂ ਤੂੰ ਉਲਟੀ ਰੀਤੀ ਚਾਹੁੰਦਾ ਹੈ ਵੀ ਮੈਂ ਇਸ ਸੰਸਾਰ ਦੇ ਖੇਡ ਤਮਾਸ਼ੇ ਛੱਡ ਕੇ ਚਲਿਆ ਜਾਵਾਂ। ਅਬੈ ਗਿਆਨ ਕੀ ਕੀਨਸ ਪ੍ਰੀਹਾ। ਇਹ ਬਾਲਕ ਆ ਹੁਣੇ ਹੁਣੇ ਤੇਰੀ ਛੋਟੀ ਉਮਰ ਹੈ ਤੇ ਛੋਟੀ ਉਮਰ ਵਿੱਚ ਹੀ ਤੂੰ ਗਿਆਨ ਦੀ ਇੱਛਾ ਕਰ ਲਈ ਹੈ। ਤਾਂ ਪਰ ਸੁਨਹੁ ਬਾਤ ਮਮ ਲੀਹਾ। ਉਸ ਉੱਪਰ ਮੇਰੀ ਮਰਿਆਦਾ ਦੀ ਤੂੰ हे ਬੱਚੇ ਗੱਲ ਸੁਣ, ਬਾਤ ਸੁਣ। ਜਬ ਪ੍ਰਾਨੀ ਕੋ ਉਪਜਹ ਗਿਆਨਾ। ਜਿਸ ਵੇਲੇ ਪ੍ਰਾਣੀ ਪਰਮੇਸ਼ਰ ਦੀ ਭਜਨ ਬੰਦਗੀ ਕਰਦਾ ਹੈ ਉਹ ਪਰਮੇਸ਼ਰ ਖੁਸ਼ ਹੋ ਜਾਂਦਾ ਹੈ, ਗਿਆਨ ਬਖਸ਼ ਦਿੰਦਾ ਹੈ, ਗਿਆਨ ਪੈਦਾ ਹੋ ਜਾਂਦਾ ਪ੍ਰਾਣੀ ਨੂੰ। ਸ਼ਤਰ ਮਿੱਤਰ ਦੁਖ ਸੁਖ ਸਮਾਨਾ। ਫਿਰ ਤੇ ਵੈਰੀ ਮਿੱਤਰ ਇੱਕ ਸਮਾਨ ਲੱਗਦੇ ਹੈ ਵੀ ਨਾ ਕੋਈ ਵੈਰੀ ਨਾ ਕੋਈ ਮਿੱਤਰ, ਦੁੱਖ ਸੁੱਖ ਵੀ ਇੱਕ ਸਮਾਨ ਲੱਗਦੇ ਹੈ। ਫਿਰ ਤੇ ਆਹ ਅਵਸਥਾ ਹੋ ਜਾਂਦੀ ਵੀ ਤੈਸਾ ਹਰਖ ਤੈਸਾ ਸੁਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਵੀ ਇਹ ਅਵਸਥਾ ਹੋ ਜਾਂਦੀ ਹੈ। ਤੇ ਨਾਰਦ ਮੁਨੀ ਜੀ ਕਹਿ ਰਹੇ ਹੈ ਵੀ ਬੱਚੇ ਜਦੋਂ ਪ੍ਰਾਣੀ ਭਗਤੀ ਕਰ ਲੈਂਦਾ ਗਿਆਨ ਪੈਦਾ ਹੋ ਜਾਂਦਾ ਹੈ, ਫਿਰ ਤੇ ਉਹਨੂੰ ਵੈਰੀ ਮਿੱਤਰ ਵੀ ਇੱਕ ਸਮਾਨ
ਦੁੱਖ ਸੁੱਖ ਵੀ ਇੱਕ ਸਮਾਨ ਹੋ ਜਾਂਦਾ ਹੈ। ਤੋ ਤਪ ਕਰਨਾ ਬਾਦ ਹੈ ਤੇਰੋ। ਫਿਰ ਤੇ ਤੇਰਾ ਜਿਹੜਾ ਤਪ ਕਰਨਾ ਵਿਅਰਥ ਹੀ ਹੈ। ਵੀ ਜਦੋਂ ਵੈਰੀ ਮਿੱਤਰ ਨਹੀਂ ਕੋਈ ਰਹਿਣਾ ਹੈ, ਕੋਈ ਦੁੱਖ ਸੁੱਖ ਨਹੀਂ ਰਹਿਣਾ, ਫਿਰ ਕਿਹਨੂੰ ਮਾਰਨਾ ਹੈ, ਕਿਹਨੂੰ ਕੁਝ ਕਹਿਣਾ ਵੀ ਮੇਰੀ ਮਾਂ ਨੇ ਧੱਕਾ ਦੇ ਕੇ ਕੱਢਿਆ ਸੀ। ਹਟ ਹੋ ਜਾਹੋ ਗ੍ਰਹਿ ਕਰੋ ਬਸੇਰੋ। ਇਸ ਕਰਕੇ ਬੱਚੇ ਗੁੱਸਾ ਨਹੀਂ ਕਰੀਦਾ, ਮੁੜ ਜਾਓ ਤੇ ਘਰ ਵਿੱਚ ਹੀ ਜਾ ਕੇ ਵਸੇਰਾ ਕਰੋ। ਜੇ ਤੋ ਸੁਖ ਤੁਝ ਦੇ ਬਿਮਾਤਾ। ਜਿੰਨਾ ਕੁ ਸੁੱਖ ਤੁਹਾਡੀ ਮਤਰੇਈ ਮਾਂ ਤੁਹਾਨੂੰ ਦਿੰਦੀ ਹੈ। ਲਿਤੀ ਤੋ ਜਾਏ ਭੋਗੋ ਹੇ ਤਾਤਾ। ਹੇ ਮੇਰੇ ਪੁੱਤਰ ਸਮਾਨ ਛੋਟੇ ਬੱਚੇ, ਪੁੱਤਰ ਧਰੂ ਉਨਾ ਹੀ ਜਾ ਕੇ ਸੁੱਖ ਭੋਗ ਲਾ ਜਿੰਨਾ ਮਤਰੇਈ ਮਾਂ ਦਿੰਦੀ ਹੈ। ਕਰ ਸੰਤੋਖ ਰਹੋ ਘਰ ਮਾਹੀ। ਤੇ ਹਿਰਦੇ ਵਿੱਚ ਐ ਸੰਤੋਖ ਕਰਕੇ ਘਰ ਵਿੱਚ ਹੀ ਰਹੋ ਔਖਾ ਸੌਖਾ ਹੋ ਕੇ। ਉਹ ਵਤਸ ਬਨ ਕੁਛ ਸੁਖ ਨਾਹੀ। ਹਜੇ ਤੂੰ ਜਿਹੜਾ ਛੋਟਾ ਹੈ, ਬੱਚਾ ਹੈ, ਤੇ ਪੁੱਤਰ ਜੰਗਲਾਂ ਵਿੱਚ ਕੁਝ ਨਹੀਂ ਪਿਆ, ਕੁਝ ਨਹੀਂ ਰੱਖਿਆ ਜੰਗਲਾਂ ਵਿੱਚ। ਜੋ ਤਵ ਜਨਨ ਕੀਨ ਉਪਦੇਸ਼ਾ। ਜੋ ਤੁਹਾਡੀ ਮਾਂ ਨੇ ਤੁਹਾਨੂੰ ਉਪਦੇਸ਼ ਕੀਤਾ ਹੈ, ਲੈਨ ਚਾਹੋ ਤਿਹ ਵੱਡੋ ਅੰਦੇਸਾ। ਵੀ ਤੁਸੀਂ ਆ ਲੈਣਾ ਚਾਹੁੰਦੇ ਆਪਣੇ, ਜਿੱਥੇ ਤੁਹਾਡੇ ਪਿਤਾ ਪਤਾਮਾ ਦਾਦੇ ਪੜਦਾਦੇ ਲੱਕੜ ਦਾਦੇ ਨੇ ਜਿਸ ਪਦ ਤੇ ਪਹੁੰਚੇ ਹੋ, ਤੇ ਉਸ ਥਾਂ ਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ, ਪਦ ਲੈਣਾ ਚਾਹੁੰਦੇ ਹੋ, ਉਹਦੇ ਵਿੱਚ ਤੇ ਬੜਾ ਖਤਰਾ ਸੰਸਾਰ ਹੈ। ਖੋਜਤ ਜਿਹ ਕੋ ਮਨੀ ਜੁਗੇਸ਼ਵਰ। ਜਿਸ ਪਰਮੇਸ਼ਰ ਭਗਵਾਨ ਨੂੰ ਵੱਡੇ ਵੱਡੇ ਮੁਨੀ, ਵੱਡੇ ਵੱਡੇ ਜੋਗੀ ਲੱਭਦੇ ਫਿਰਦੇ ਆ, ਰਾਤ ਦਿਨ ਖਪਦੇ ਫਿਰਦੇ ਤਪ ਕਰਕੇ। ਦੁਰਾ ਰਾਧਾ ਜਸੋ ਲਾਖ ਪਰਮੇਸ਼ਰ। ਉਸ ਪਰਮੇਸ਼ਰ ਨੂੰ ਹੈ ਬੱਚੇ ਰਾਧਨਾ ਬੜਾ ਕਠਿਨ ਹੈ, ਤੂੰ ਜਾਣ ਲਾ। ਤਾਪ ਤਪ ਤਪ ਹੈ ਤੀਬਰ ਚਿਰਕਾਲਾ। ਉਸ ਮਾਲਕ ਨੂੰ ਤੇ ਕੋਈ ਲੰਬਾ ਸਮਾਂ ਜਨਮਾਂ ਜਨਮਾਂ ਜੀ ਉਹਦਾ ਤਪ ਕਰੇ ਬੜਾ ਤਗੜਾ ਹੋ ਕੇ। ਕਰਹਿ ਜਤਨ ਅਨੇਕ ਵਿਸਾਲਾ। ਫਿਰ ਅਨੇਕਾਂ ਹੀ ਯਤਨ ਕਰੇ, ਪੁੱਠਾ ਲਟਕੇ ਜਲ ਧਾਰਾ ਕਰੇ, ਭੁੱਖਾ ਨੰਗਾ ਰਹਿ, ਪਿਆਸਾ ਰਹੇ, ਲੋਕਾਂ ਦੀਆਂ ਗੱਲਾਂ ਸਹਿ ਬੜੇ ਯਤਨ ਕਰੇ। ਤਦਪ ਨਾ ਪਾਵਹਿ ਫਿਰ ਹੈ ਕੁਜੰਤੇ। ਫਿਰ ਵੀ ਉਸ ਪਰਮੇਸ਼ਰ ਨੂੰ ਪਾ ਨਹੀਂ ਸਕਦੇ। ਵੱਡੇ ਵੱਡੇ ਜਪੀ ਮੁਨੀ ਉਹਨੂੰ ਲੱਭਦੇ ਫਿਰਦੇ ਆ ਸਰੀਰ ਤਾ ਤਾ ਕੇ। ਚਰਨ ਕਵਲ ਪ੍ਰਭ ਸ੍ਰੀ ਭਗਵੰਤੇ। ਜੋ ਮਾਇਆ ਦਾ ਮਾਲਕ ਹੈ ਭਗਵਾਨ ਪ੍ਰਭੂ, ਉਸ ਦੇ ਚਰਨ ਕਵਲਾਂ ਨੂੰ ਲੱਭਦੇ ਫਿਰਦੇ ਵੱਡੇ ਵੱਡੇ ਮੁਨੀ। ਅਬ ਬੈ ਲੱਗ ਚਲੀਏ ਗ੍ਰਹਿ ਮਾਹੀ। ਤੁਹਾਡੀ ਤੇ ਅਜੇ ਕੋਈ ਉਮਰ ਹੀ ਨਹੀਂ ਹੈ, ਛੋਟੀ ਉਮਰ ਹੈ 5 ਸਾਲ ਦੀ, ਤੁਸੀਂ ਆਪਣੇ ਘਰ ਵਿੱਚ ਚਲੇ ਜਾਈਏ। ਹੋਏ ਤਰਨ ਅਬ ਹੋਏ ਤਰਨ ਤਬ ਕਰ ਅਸ ਚਾਹੀ। ਜਦੋਂ ਤੁਸੀਂ ਜਵਾਨ ਹੋ ਜਾਓਗੇ ਫਿਰ ਇਸ ਤਰ੍ਹਾਂ ਦੀ ਚਾਹਨਾ ਕਰਨਾ ਵੀ ਮੈਂ ਤਪ ਕਰਨਾ ਹੈ। ਸੋਨਾ ਮੁਨੀਵਰ ਬਾਨੀ ਰਸ ਸਾਨੀ। ਇਸ ਤਰ੍ਹਾਂ ਸੁਣ ਕਰਕੇ ਵੀ ਚਲੇ ਜਾਓ, ਜੰਗਲ ਬੜਾ ਭਿਆਨਕ ਹੈ, ਕੋਈ ਸ਼ੇਰ ਆਦਿਕ ਜਾਨਵਰ ਖਾ ਜਾਣਗੇ। ਇਹ ਸ੍ਰੇਸ਼ਟ ਮੁਨੀ ਨਾਰਦ ਜੀ ਦੀ ਐਸੀ ਰਸ ਵਿੱਚ ਮਿਲੀ ਹੋਈ ਬਾਣੀ ਸੁਣ ਕੇ। ਬੋਲਿਓ ਧਰੁਵ ਜੋਰ ਜੁਗ ਪਾਨੀ। ਜੋ ਧਰੂ ਭਗਤ ਹੈ ਦੋਵੇਂ ਹੱਥ ਜੋੜ ਕੇ ਬੋਲੇ। ਆਪ ਕਹਿਤ ਸਾਚੀ ਸਭ ਭਾਂਤੀ। ਕਹਿਣ ਲੱਗੇ ਵੀ ਇਹ ਨਾਰਦ ਮੁਨੀ ਜੀ, ਤੁਸੀਂ ਤੇ ਸਭ ਤਰ੍ਹਾਂ ਨਾਲ ਹਰ ਵੇਲੇ ਸਭ ਨੂੰ ਸੱਚ ਹੀ ਕਹਿੰਦੇ ਹੋ। ਤਦਪ ਨਾਮੋ ਮਨ ਬਿਖੈ ਗਡਾਤੀ। ਫਿਰ ਵੀ ਮੇਰੇ ਮਨ ਵਿੱਚ ਤੁਹਾਡੀ ਗੱਲ ਜਿਹੜੀ ਉਹ ਗੱਡ ਨਹੀਂ ਰਹੀ, ਲੱਗਦੀ ਨਹੀਂ ਹੈ, ਘਰ ਨਹੀਂ ਕਰ ਰਹੀ। ਮੈਂ ਕੋ ਪੁਰਖ ਬਹਰ ਅਗਿਆਤੀ। ਵੀ ਮੈਂ ਠੀਕ ਹੈ, ਪੁਰਖ ਨਹੀਂ ਆ ਵੱਡਾ ਮਨੁੱਖ ਨਹੀਂ ਹੈ, ਬੱਚਾ ਹੀ ਆ, ਬੇਸਮਝ ਹਾਂ। ਬਾਚ ਬਿਮਾਤ ਤੇ ਸੁਲਗਤ ਛਾਤੀ। ਫਿਰ ਵੀ ਜਿਹੜੇ ਮਤਰੇਈ ਮਾਂ ਦੇ ਬਚਨ ਤੀਰਾਂ ਵਾਂਗ ਹੈ, ਉਹਨਾਂ ਨਾਲ ਮੇਰੀ ਛਾਤੀ ਜਿਹੜੀ ਸੜ ਰਹੀ ਹੈ। ਦੁਖਤ ਹਿਰਦਾ ਸੁਨ ਗਿਰਾ ਕਠੋਰਾ। ਸੁਣ ਕਰਕੇ ਮਾਤਾ ਦੇ ਬਚਨ
ਮੇਰਾ ਜਿਹੜਾ ਹਿਰਦਾ ਹੈ ਕਠੋਰ ਬਚਨ ਸੁਣ ਕੇ ਬੜਾ ਦੁੱਖ ਰਿਹਾ ਹੈ ਮੁਨੀ ਜੀ। ਹਟਨੇ ਤ੍ਰਿਟ ਨਾ ਕਰੇ ਮਨ ਮੋਰਾ। ਇਸ ਕਰਕੇ ਵੀ ਮੈਂ ਘਰ ਮੁੜ ਜਾਵਾਂ, ਮੇਰਾ ਦੇ ਮਨ ਘਰ ਮੁੜਨ ਦੀ ਤੇ ਇੱਛਾ ਹੀ ਨਹੀਂ ਕਰ ਰਿਹਾ। ਤੁਮ ਪਰਹਿਤ ਕੇ ਹੇਤ ਸਦਾਈ। ਤੁਸੀਂ ਤੇ ਮੁਨੀ ਜੀ ਪਰਾਇਆਂ ਦੇ ਹਿੱਤ ਭਲੇ ਵਾਸਤੇ ਹਮੇਸ਼ਾ ਹੀ ਸਰਬ ਥਾਨਾ ਵਿਚਰਹੁ ਰਿਖ ਜਾਈ। ਤੇ ਰਿਖੀ ਜੀ ਤੁਸੀਂ ਸਾਰੇ ਥਾਵਾਂ ਤੇ ਸੁਤੰਤਰ ਹੋ ਕੇ ਵਿਚਰਦੇ ਹੋ। ਜਿਹ ਪਦ ਲੋ ਪਹੁੰਚਿਓ ਨਾ ਪਿਤਾਮਾ। ਜਿਸ ਪਦ ਤੱਕ ਮੇਰੇ ਪਿਤਾਮਾ ਸਵਯੰਭੂ ਮਨ ਵੀ ਨਹੀਂ ਨਾ ਪਹੁੰਚੇ, ਤਾਂ ਪਦ ਕੀ ਇੱਛਾ ਅਬਰਾਮਾ। ਉਸ ਪਦ ਮਹਾਨ ਪਦ ਨੂੰ ਲੈਣ ਦੀ ਸੋਹਣੀ ਇੱਛਾ ਹੈ ਮੇਰੇ ਵਿੱਚ। ਜਿੱਥੇ ਮੇਰੇ ਦਾਦੇ ਪੜਦਾਦੇ ਨਹੀਂ ਨਾ ਪਹੁੰਚੇ, ਹੇ ਮੁਨੀ ਜੀ ਉਹ ਪਦ ਮੈਂ ਲੈਣਾ ਚਾਹੁੰਦਾ, ਉੱਥੇ ਪਹੁੰਚਣਾ ਚਾਹੁੰਦਾ, ਉਹ ਮੇਰੀ ਇੱਛਾ ਹੈ। ਸੋ ਮਾਰਗ ਮੁਝ ਦੇਹੋ ਬਤਾਈ। ਉਹ ਜਿਹੜਾ ਸੱਚਾ ਮਾਰਗ ਹੈ ਭਾਉ ਭਗਤੀ ਦਾ, ਨਾਰਦ ਮੁਨੀ ਜੀ ਮੈਨੂੰ ਦੱਸ ਦਿਓ ਗਿਆਨ ਦਾ ਰਸਤਾ। ਰਾਵਰ ਕਿਰਪਾ ਨਿਧਾਨ ਸਦਾਈ। ਕਿਉਂਕਿ ਆਪ ਜੀ ਦੀ ਕਿਰਪਾ ਦੇ ਖਜ਼ਾਨੇ ਹੋ ਹਮੇਸ਼ਾ। ਜਿਸ ਕੋਲ ਵੀ ਆਉਂਦੇ ਜੋ ਪੁੱਛਦਾ ਉਹਨੂੰ ਤੁਸੀਂ ਬਖਸ਼ ਦਿੰਦੇ ਦੇ ਦਿੰਦੇ ਹੋ। ਧਰਨ ਤੇਜ ਸਮ ਗਿਆਨ ਅਪਾਰਾ। ਇੱਧਰ ਨਾਰਦ ਮੁਨੀ ਜੀ ਜੋ ਸੂਰਜ ਦੇ ਸਮਾਨ ਬੜੇ ਤੇਜ ਪ੍ਰਤਾਪ ਵਾਲੇ ਬੇਅੰਤ ਗਿਆਨ ਵਾਲੇ, ਬੀਨਾ ਕਰ ਧਾਰੇ ਸੁਖ ਭਾਰਾ। ਜਿਨ੍ਹਾਂ ਨੇ ਆਪਣੇ ਹੱਥ ਵਿੱਚ ਬੀਣਾ ਸਾਜ ਧਾਰਿਆ ਹੋਇਆ ਤੇ ਭਾਰਾ ਸੁਖ ਬਖਸ਼ਣ ਵਾਲੇ ਗਿਆਨ ਦਾ ਭਾਰੇ ਸੁਖ ਗਿਆਨ ਦੇ ਵਿੱਚ ਹੀ ਆਨੰਦ ਮਸਤ ਹਨ। ਸੁਨ ਬਚ ਲਖ ਸ਼ਰਦਾ ਜਿਹ ਗਾਢੀ। ਸੁਣ ਕਰਕੇ ਬਚਨ ਧਰੂ ਭਗਤ ਦੇ, ਜਿਸ ਧਰੂ ਭਗਤ ਦੀ ਸ਼ਰਧਾ ਬੜੀ ਗਾੜੀ ਪੱਕੀ ਜਾਣੀ ਹੈ। ਮਨ ਪ੍ਰਸੰਨਤਾ ਅਦ ਕਹਿ ਬਾਢੀ। ਮੁਨੀ ਨਾਰਦ ਜੀ ਦੇ ਹਿਰਦੇ ਵਿੱਚ ਬੜੀ ਪ੍ਰਸੰਨਤਾ ਵਧੀ ਹੈ। ਕਹਿਣ ਲੱਗਿਓ ਮੈਂ ਪਰਖਤ ਨੀਕੇ। ਕਹਿਣ ਲੱਗੇ ਨਾਰਦ ਮੁਨੀ ਜੀ ਧਰੂ ਭਗਤ, ਇਹ ਧਰੂ ਬੱਚੇ ਅਸੀਂ ਤੇ ਤੈਨੂੰ ਚੰਗੀ ਤਰ੍ਹਾਂ ਪਰਖੀ ਰਹੇ ਸਾਂ। ਅਹੋ ਬਾਲ ਤਵ ਸ਼ਰਦਾ ਹੀ ਕੇ। ਇਹ ਬਾਲਕ ਤੇਰੇ ਹਿਰਦੇ ਦੀ ਸ਼ਰਧਾ ਏ ਜਿਹੜੀ ਦੇਖ ਰਹੇ ਸੀ ਵੀ ਤੂੰ ਪੱਕਾ ਹੈ। ਹਿਤ ਕਲਿਆਣ ਪੰਥ ਲਖ ਸੋ। ਆਪਣੀ ਮੁਕਤੀ ਕਲਿਆਣ ਵਾਸਤੇ ਤੂੰ ਉਹੀਓ ਰਸਤਾ ਜਾਣ ਲੈ। ਤਵ ਜਨਨੀ ਭਾਖਿਓ ਸ਼ੁਭ ਜੋ। ਜੋ ਤੇ ਤੁਹਾਡੀ ਮਾਤਾ ਜੀ ਨੇ ਸ਼ੁਭ ਉਪਦੇਸ਼ ਤੁਹਾਨੂੰ ਆਖਿਆ ਕਿਹਾ ਹੈ ਕਿ ਪੁੱਤਰ ਮੈਂ ਭਗਤੀ ਨਹੀਂ ਕੀਤੀ ਹੈ, ਤੂੰ ਭਗਤੀ ਕਰ। ਜੇ ਸਿੰਘਾਸਣ ਉੱਚਾ ਪਦ ਲੈਣਾ ਚਾਹੁੰਦਾ ਹੈ, ਮਹਾਨ ਪਦ ਤੇ ਜਾਣਾ ਚਾਹੁੰਦਾ ਹੈ, ਉਸ ਪ੍ਰਾਪਤ ਕੀਤਿਆਂ ਜਿਹੜੇ ਵੈਰੀ ਮਿੱਤਰ ਹੋ ਜਾਂਦੇ ਆ, ਉਹ ਜਿਹੜਾ ਉਪਦੇਸ਼ ਤੁਹਾਡੇ ਮਾਤਾ ਜੀ ਨੇ ਆਖਿਆ ਹੋਇਆ ਉਹੀ ਉਹ ਮਹਾਨ ਉਪਦੇਸ਼ ਹੈ। ਸ੍ਰੀ ਕਰਤਾਰ ਸਕਲ ਗੁਣ ਖਾਨੀ। ਜੋ ਸ਼੍ਰੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪਰਮੇਸ਼ਰ ਕਰਤਾਰ ਸਾਰੇ ਗੁਣਾਂ ਦੀ ਖਾਨ। ਤਾਕੋ ਸੇਵਹੁ ਮਾਨਾ ਕਰਮ ਬਾਨੀ। ਮਾਤਾ ਜੀ ਨੇ ਵੀ ਇਹੀ ਕਿਹਾ ਸੀ, ਇਧਰ ਨਾਰਦ ਮੁਨੀ ਜੀ ਵੀ ਕਹਿ ਰਹੇ ਵੀ ਉਸ ਕਰਤਾਰ ਪਰਮੇਸ਼ਰ ਨੂੰ ਹੈ ਬਾਲਕ ਧਰੂ ਤੂੰ ਮਨ ਬਾਣੀ ਸਰੀਰ ਕਰਕੇ ਉਹਦੀ ਸੇਵਾ ਕਰ, ਉਹਨੂੰ ਸਿਮਰ। ਧਰਮ ਅਰਥ ਕਾਮੰ ਪੁਨ ਮੋਖਾ। ਤੇ ਆਪਣੇ ਸਵੈ ਵਿੱਚ ਸਵੈ ਧਰਮ ਵਿੱਚ ਪੱਕਿਆਂ ਰਹਿਣਾ, ਮਨ ਕਰਕੇ ਅੰਦਰੋਂ ਐ ਪਵਿੱਤਰ ਰਹਿਣਾ, ਮਨ ਨੂੰ ਮਾੜੇ ਪਾਸੇ ਨਾ ਜਾਣ ਦੇਣਾ, ਅੱਖਾਂ ਨਾਲ ਮਾੜਾ ਵੇਖਣਾ ਨਾ, ਕੰਨਾਂ ਨਾਲ ਮਾੜਾ ਸੁਣਨਾ ਨਾ, ਰਸਨਾ ਨਾਲ ਮਾੜਾ ਕਹਿਣਾ ਨਾ। ਇਹ ਅੰਦਰੋਂ ਬਾਹਰ ਫਿਰ ਬਾਹਰੀ ਧਰਮ ਵਿੱਚ ਪੱਕਿਆਂ ਰਹਿਣਾ, ਅੰਦਰੋਂ ਵੀ ਧਰਮ ਵਿੱਚ ਪੱਕਿਆਂ ਰਹਿਣਾ, ਸਵੈ ਧਰਮ ਵਿੱਚ ਪੱਕਿਆਂ ਰਹਿਣਾ। ਅਰਥ ਜਿਹੜੇ ਪਦਾਰਥ ਹੈ, ਮਾਇਆਦਿਕ ਕਾਮਨਾਵਾਂ, ਇੱਛਾਵਾਂ,
ਤੇ ਜਿਹੜੀ ਮੋਖ ਮੁਕਤੀ ਹੈ ਕੇਵਲ ਪਾਇਓ ਚਹ ਜਿਹ ਨਰ ਬਿਨ ਦੁਖਾ। ਜਿਹੜਾ ਮਨੁੱਖ ਬਿਨਾਂ ਦੋਸ਼ਾਂ ਔਗਣਾ ਤੋਂ ਧਰਮ ਅਰਥ ਕਾਮ ਮੋਹ ਕੇ ਪਦਾਰਥ ਪਾਉਣਾ ਚਾਹੁੰਦਾ ਹੈ, ਸੋ ਇੱਕ ਵਾਸੁਦੇਵ ਕੀ ਸਰਨਾ। ਉਹ ਇੱਕ ਜੋ ਜਿਸ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਵਿੱਚ ਹੀ ਨਿਵਾਸ ਕੀਤਾ ਹੋਇਆ ਵਸਿਆ ਹੋਇਆ ਹੈ, ਉਸ ਪਰਮੇਸ਼ਰ ਦੀ ਸ਼ਰਨ ਅਪਰ ਉਪਾਵ ਨਾ ਕੋ ਬਰਨਾ। ਉਹ ਇੱਕ ਬਾਸ ਦੇ ਪਰਮੇਸ਼ਰ ਦੀ ਸ਼ਰਨ ਹੀ ਹੈ ਜਿੱਥੇ ਚਾਰ ਪਦਾਰਥ ਮਿਲਦੇ ਆ। ਹੋਰ ਕੋਈ ਉਪਾਅ ਯਤਨ ਹੀਲਾ ਨਹੀਂ ਕਿਹਾ ਜਾਂਦਾ ਵੀ ਜਿੱਥੋਂ ਇਹ ਚਾਰ ਪਦਾਰਥ ਪ੍ਰਾਪਤ ਹੋਣ। ਅਬ ਮਧੁਬਨ ਜਮਨਾ ਤਟ ਜਾਈ। ਇਹ ਧਰੂ ਬੱਚੇ ਹੁਣ ਤੂੰ ਜਿਹੜਾ ਮਧੂਬਨ ਜੰਗਲ ਹੈ ਜਮਨਾ ਦੇ ਕਿਨਾਰੇ ਉੱਥੇ ਚਲਿਆ ਜਾ। ਜਥਾ ਜੋਗ ਆਸਨ ਕੋ ਲਾਈ। ਯਥਾ ਜੋਗ ਵੀ ਜਿਸ ਤਰ੍ਹਾਂ ਜੋਗੀਆਂ ਦਾ ਆਸਣ ਜੋਗੀ ਆਸਣ ਲਾਉਂਦੇ ਆ ਉਹ ਪਦਮ ਆਸਣ ਲਾਉਂਦੇ ਆ, ਜਾਂ ਯਥਾ ਜੋਗ ਵੀ ਜਿਸ ਤਰ੍ਹਾਂ ਦਾ ਆਸਣ ਤੂੰ ਲਾ ਸਕਦਾ ਹੈ। ਭਲ ਬਿਦ ਸਾਧੋ ਪ੍ਰਾਣੰ ਯਾਮਾ। ਚੰਗੀ ਤਰ੍ਹਾਂ ਤੂੰ ਪ੍ਰਾਣਾਯਾਮ ਉਹ ਯੋਗ ਸਾਧਨਾ ਕਰਕੇ ਸਾਧ ਪੂਰਕ ਕੁੰਭ ਕਰੇ ਚਕ ਵਿਸ਼ਵਾਸ ਚੜਾਉਣੇ, ਦਸਮ ਦਵਾਚ ਟਿਕਾਉਣੇ ਫਿਰ ਲਾਉਣੇ। ਇਹ ਪ੍ਰਾਣਾਯਾਮ ਜਿਹੜਾ ਹਠ ਯੋਗ ਦਾ ਅੰਗ ਹੈ ਪੰਜਵਾਂ, ਉਸ ਪ੍ਰਾਣਾਯਾਮ ਨੂੰ ਤੂੰ ਚੰਗੀ ਤਰ੍ਹਾਂ ਸਾਧ ਕਰ। ਹੋਵੇ ਹਿਰਦਾ ਬਿਮਲ ਅਬਰਾਮਾ। ਜਦੋਂ ਤੁਹਾਡਾ ਹਿਰਦਾ ਉਜਲ ਸ਼ੁੱਧ ਹੋ ਜਾਏਗਾ, ਧਰਹੁ ਧਿਆਨ ਤਬ ਸ਼੍ਰੀ ਹਰਿਪੂਰੰ। ਉਸ ਵੇਲੇ ਸ਼੍ਰੀ ਭਗਵਾਨ ਪਰਮੇਸ਼ਰ ਦਾ ਜਿਹੜਾ ਜੋ ਪੂਰੇ ਹੈ ਉਹਨਾਂ ਦਾ ਧਿਆਨ ਧਾਰੋ। ਸਿਆਮ ਸਰੂਪ ਅਨੂਪਮ ਰੂਰੰ। ਉਹ ਕਿਹੜਾ ਸਰੂਪ ਹੈ ਦੱਸ ਰਹੇ ਵੀ ਕਿਹੜੇ ਸਰੂਪ ਦਾ ਧਿਆਨ ਧਰਨਾ। ਕਹਿੰਦੇ ਸ਼ਿਆਮ ਸਰੂਪ ਹੈ, ਅਨੂਪਮ ਹੈ, ਰੂਰੰਗ ਬੜਾ ਸੁੰਦਰ। ਸਾਮਮਯੰਕ ਮੁਖ ਮੰਡਲ ਸੋਹਨਾ। ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੈ, ਉਹ ਚੰਦਰਮਾ ਦੇ ਸਮਾਨ ਮੁਖ ਮੰਡਲ ਬੜਾ ਸੋਹਣਾ ਗੋਲਾਕਾਰ ਗੋਲ ਮੁਖ ਹੈ। ਚਾਰ ਚਖਨ ਚਿਤਮਨ ਮਨ ਮੋਹਨ। ਨੇਤਰ ਬੜੇ ਸੋਹਣੇ ਹੈ ਤੇ ਮਨ ਨੂੰ ਮੋਹਣ ਵਾਲੀ ਤੱਕਣੀ ਹੈ ਜਿਸ ਭਗਵਾਨ ਦੀ। ਮੰਦ ਮੰਦ ਮੁਸ਼ਕਿਆਨ ਕਪੋਲਾ। ਜੋ ਗੱਲਾਂ ਵਿੱਚ ਹੌਲੀ ਹੌਲੀ ਮੁਸਕਰਾਉਣਾ ਕਰਦੇ ਹੱਸਦੇ ਹਨ। ਅਦਰ ਅਰਨ ਸ਼ਬ ਬਣੀ ਅਮੋਲਾ। ਜਿਸ ਸਰੂਪ ਦੇ ਜਿਸ ਭਗਵਾਨ ਦੇ ਜਿਹੜੇ ਬੁੱਲਾਂ ਦੀ ਲਾਲੀ ਦੀ ਛਵੀ ਬੜੀ ਅਮੋਲਕ ਬਣੀ ਹੈ, ਬੜੇ ਲਾਲ ਸੁਰਖ ਬੁੱਲ ਹੈ ਉਸ ਪਰਮੇਸ਼ਰ ਦੇ। ਚਾਰ ਭੁਜਾ ਯੁਤ ਭੂਖਨ ਚਾਰੂ। ਚਾਰ ਬਾਹਾਂ ਹੈ, ਚਾਰ ਬਾਹਾਂ ਦੇ ਵਿੱਚ ਜਿਹੜੀਆਂ ਚਾਰ ਬਾਹਾਂ ਚਾਰ ਗਹਿਣਿਆਂ ਦੀ ਸਹਿਤ ਹਨ। ਗਦਾ ਚੱਕਰ ਦਰ ਅੰਬਜ ਧਾਰੂ। ਇੱਕ ਹੱਥ ਵਿੱਚ ਤੇ ਗਦਾ ਗੁਰਜ ਧਾਰੀ ਹੋਈ ਹੈ, ਇੱਕ ਹੱਥ ਵਿੱਚ ਸੁਦਰਸ਼ਨ ਚੱਕਰ ਹੈ ਚਮਕਦਾ ਹੋਇਆ, ਇੱਕ ਹੱਥ ਵਿੱਚ ਉਹ ਸੰਖ ਪਕੜਿਆ ਹੋਇਆ ਹੈ, ਇੱਕ ਹੱਥ ਵਿੱਚ ਜਿਹੜਾ ਹੈ ਉਹ ਕਵਲ ਫੁੱਲ ਫੜਿਆ ਹੋਇਆ। ਅੰਬ ਨਾਮ ਜਲ ਦਾ ਹੁੰਦਾ, ਜਾ ਨਾਮ ਜਨਮਿਆ, ਜੋ ਜਲ ਤੋਂ ਜਨਮਿਆ ਉਹ ਕਵਲ, ਜੋ ਇੱਕ ਹੱਥ ਵਿੱਚ ਕਵਲ ਧਾਰਿਆ ਹੋਇਆ ਹੈ। ਸ਼ਰੋਤ ਕੁੰਡਲ ਤਨ ਪੀਤ ਦੁਕੂਲਾ। ਕੰਨਾਂ ਵਿੱਚ ਕੁੰਡਲ ਪਾਏ ਹੋਏ ਹੈ ਤੇ ਸਰੀਰ ਉੱਪਰ ਪੀਲੇ ਰੰਗ ਦੇ ਕੱਪੜੇ ਹਨ, ਪੀਤੰਬਰ ਹੈ। ਕਾਟ ਤਟ ਕਿੰਕਨ ਸਭ ਸ਼ਬ ਮੂਲਾ। ਲੱਕ ਦੇ ਕਿਨਾਰੇ ਉੱਪਰ ਤੜਾਗੀ ਜਿਹੜੀ ਹੈ ਬੰਨੀ ਹੋਈ ਹੈ, ਜੋ ਸਾਰੀ ਛਵੀਆਂ ਸੁੰਦਰਤਾ ਦਾ ਮੂਲ ਕਾਰਨੀ ਹੈ। ਪੱਗ ਮਹਿਨੂ ਪਰ ਬਜਤ ਸੁਹਾਵਨਾ। ਚਰਨਾਂ ਵਿੱਚ ਝਾਂਜਰਾਂ ਬੋਟੇ ਹੈ, ਜੇ ਵੱਜਦੇ ਹੈ ਬੜੇ ਸੋਭਨੀਕ। ਕੰਠ ਬਿਖੈ ਮਨ ਸੁਠ ਮਨ ਭਾਵਨਾ। ਕੰਠ ਦੇ ਵਿੱਚ ਮਣੀ ਹੈ ਬੜੀ ਸੋਹਣੀ ਮਨ ਨੂੰ ਚੰਗੀ ਲੱਗਣ ਵਾਲੀ। ਗਲ ਵਿੱਚ ਵੈਜੰਤੀ ਮਾਲਾ ਹੈ ਲੰਬੀ ਸਾਰੀ। ਕਰ ਬਹੁ ਜਤਨ ਤਰਹੁ ਅਸ ਧਿਆਨਾ। ਇਹ ਬੱਚੇ ਧਰੂ ਤੂੰ ਐਸਾ
ਯਤਨ ਕਰਕੇ ਉਪਰਾਲਾ ਕਰਕੇ ਐਸੇ ਸਰੂਪ ਦਾ ਧਿਆਨ ਧਾਰ। ਮਨ ਕੋ ਰੋਕੋ ਹੋਇ ਸਵਧਾਨਾ। ਮਨ ਆਪਣੇ ਨੂੰ ਸਾਵਧਾਨ ਕਰਕੇ ਵਿਸ਼ਿਆਂ ਵਿਕਾਰਾਂ ਵੱਲੋਂ ਰੋਕ। ਗੋਪ ਮੰਤਰ ਤੁਝ ਦਿਓ ਬਤਾਏ। ਜਿਹੜਾ ਗੁਪਤ ਮੰਤਰ ਹੈ ਉਹ ਵੀ ਤੈਨੂੰ ਮੈਂ ਦੱਸ ਦਿੰਦਾ ਹਾਂ। ਸਪਤ ਦਿਵਸ ਜੋ ਪੜੈ ਬਨਾਈ। ਜੋ ਇਸ ਮੰਤਰ ਨੂੰ 7 ਦਿਨ ਜੇ ਤੂੰ ਧਰੂ ਬੱਚੇ ਚੰਗੀ ਤਰ੍ਹਾਂ ਬਣਾ ਸਵਾਰ ਕੇ ਪੜ ਲਵੇਂ। ਸਭ ਖੇਚਰ ਦਰਸੈ ਤਤਕਾਲਾ। ਉਹ ਖੇਚਰ ਕਈ ਜਿਹੜੇ ਆਕਾਸ਼ 'ਚ ਵਿਚਰਨ ਵਾਲੇ ਦੇਵਤੇ ਹੈ ਉਹ ਸਾਰਿਆਂ ਦਾ ਤੂੰ ਬੜੀ ਛੇਤੀ ਦਰਸ਼ਨ ਕਰ ਲਵੇਂਗਾ ਜੇ ਤੂੰ ਇਹ ਮੰਤਰ ਨੂੰ ਬਣਾ ਸਵਾਰ ਕੇ 7 ਦਿਨਾਂ 'ਚ ਪੜ ਲਵੇਂਗਾ। ਭਾਵੈ ਅਬ ਮਤ ਸੁਖ ਵਿਸਾਲਾ। ਮਨ ਇੱਛਤ ਬਹੁਤ ਸੁਖ ਵੀ ਪਾ ਲਏਗਾ। ਓ ਨਮ ਵਾਸੁਦੇਵ ਭਗਵਤ ਕੋ। ਉਹ ਜਿਹੜਾ ਮੰਤਰ ਦਿੱਤਾ ਉਸ ਦਾ ਕਥਨ ਕਰਦੇ ਆ ਵੀ ਜੋ ਉਹ ਨਾਮ ਵਾਸੁਦੇਵ ਭਗਵਤ ਇੱਥੇ ਲਿਖਿਆ ਹੋਇਆ ਛੰਦਾਬੰਦੀ ਕਰਕੇ ਉਹ ਜੋ ਮੰਤਰ ਹੈ 12 ਅੱਖਰਾਂ ਵਾਲਾ ਕਿ ਓਮ ਨਮੋ ਭਗਵਤੇ ਵਾਸੁਦੇਵਾय। ਇਹ ਮੰਤਰ ਹੈ 12 ਅੱਖਰਾਂ ਵਾਲਾ। ਇਸੇ ਤਰ੍ਹਾਂ ਗੁਰਬਾਣੀ ਵਿੱਚ ਸਾਨੂੰ 12 ਮੰਤਰਾਂ ਦਾ ਅੱਖਰ ਦਿੱਤਾ ਹੈ। ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ। ਇਹ 12 ਮੰਤਰਾਂ ਦਾ ਜਿਹੜਾ ਮੰਤਰ ਹੈ ਅੱਖਰਾਂ ਦਾ ਸਾਨੂੰ ਦਿੱਤਾ ਹੋਇਆ ਗੁਰੂ ਜੀ ਨੇ। ਅਤੇ ਉਸ ਵੇਲੇ ਸਤਯੁਗ ਵਿੱਚ ਨਾਰਦ ਮੁਨੀ ਜੀ ਨੇ ਇਹ ਧਰੂ ਭਗਤ ਜੀ ਨੂੰ ਦਿੱਤਾ ਹੋਇਆ ਸੀ ਮੰਤਰ ਓਮ ਨਮੋ ਭਗਵਤੇ ਵਾਸੁਦੇਵਾਏ। ਅਤੇ ਇਹ ਇੱਥੇ ਲਿਖਿਆ ਹੋਇਆ ਅਤੇ ਜਿਹੜਾ ਵਿਸ਼ਨੂੰ ਪੁਰਾਣ ਹੈ ਅਤੇ ਉਹਦੇ ਵਿਸ਼ਨੂੰ ਪੁਰਾਣ ਵਿੱਚ ਜਿਹੜਾ ਮੰਤਰ ਦੱਸਿਆ ਹੈ ਉਹ ਸ਼ਲੋਕ 5ਵਾਂ 11ਵਾਂ ਅਧਿਆਏ ਹੈ। ਅਤੇ ਉਹਦੇ ਵਿੱਚ ਇਵੇਂ ਲਿਖਿਆ ਹੋਇਆ ਮੰਤਰ ਜਿਹੜਾ ਦਿੱਤਾ ਸੀ ਵੀ ਹਿਰਨ ਗਰਭ ਪੁਰਸ਼ ਪ੍ਰਧਾਨਾ ਵਿਅਕਤ ਰੂਪੀ ਨੇ। ਓਮ ਨਮੋ ਵਾਸੁਦੇਵਾय ਸ਼ੁੱਧ ਗਿਆਨ ਸੁਭਾਵੀ ਨੇ। ਇਹ ਜਿਹੜਾ ਮੰਤਰ ਹੈ ਉਹ ਵਿਸ਼ਨੂੰ ਪੁਰਾਣ ਦੇ ਵਿੱਚ ਲਿਖਿਆ ਹੋਇਆ ਜੋ ਦਿੱਤਾ ਸੀ। ਜਪੈ ਕਰਨਾ ਮਨ ਕੋ ਕਰ ਥਿਤ ਕੋ। ਮਨ ਨੂੰ ਸਥਿਤ ਕਰਕੇ ਇੰਦਰੀਆਂ ਨੂੰ ਸਥਿਤ ਟਿਕਾ ਕਰਕੇ ਜੇ ਤੂੰ ਹੇ ਧਰੂ ਬੱਚੇ ਜ਼ਬਾਨ ਦੇ ਨਾਲ ਮੰਤਰ ਜਪੇ। ਪੂਜਾ ਕਰਹਿ ਸਰਬ ਪ੍ਰਕਾਰੀ। ਸਾਰੇ 16 ਪ੍ਰਕਾਰ ਦੀ ਫਿਰ ਤੂੰ ਪੂਜਾ ਕਰੇ। ਚੰਦਨ ਪੁਸ਼ਪਾਦਿਕ ਹਿਤ ਧਾਰੀ। ਉਹ ਚੰਦਨ ਆਦਿਕ ਫੁੱਲਾਂ ਆਦਿਕ ਨੂੰ ਬੜਾ ਹਿਤ ਧਾਰ ਕੇ ਪੂਜਾ ਕਰੇ। ਸਭ ਪ੍ਰਕਾਰ 16 ਪ੍ਰਕਾਰ ਦੀ ਪੂਜਾ। ਸਭ ਬਿਦ ਸੁਨੀ ਧਰੁਵ ਨਿਜ ਸੋਨਾ। ਸਭ ਤਰ੍ਹਾਂ ਨਾਲ ਜਦੋਂ ਆਪਣੇ ਕੰਨਾਂ ਵਿੱਚ ਬੜੇ ਧਿਆਨ ਨਾਲ ਧਰੂ ਭਗਤ ਜੀ ਨੇ ਇਹ ਸੁਣੀ ਹੈ ਇਹ ਮੰਤਰ ਸੁਣਿਆ ਹੈ। ਪੁਨ ਪਦ ਬੰਦ ਕੀਓ ਬਨ ਗੋਨਾ। ਉਸੇ ਵੇਲੇ ਨਾਰਦ ਮੁਨੀ ਜੀ ਦੇ ਚਰਨਾਂ ਪਰ ਨਮਸਕਾਰ ਕਰਕੇ ਜਿਹੜਾ ਮਧੂਬਨ ਜੰਗਲ ਹੈ ਉਹਦੇ ਵਿੱਚ ਜਾਣਾ ਕੀਤਾ। ਚਲੇ ਗਏ ਭਗਤ ਧਰੂ ਜੀ। ਪਹੁੰਚਿਓ ਮਧੂਬਨ ਤਪਹਿ ਆਰੰਭਾ। ਤੇ ਜੋ ਮਧੂਬਨ ਉਹ ਤਾਂ ਹੈ ਜੰਗਲ ਉਹਦੇ ਵਿੱਚ ਜਾ ਪਹੁੰਚੇ ਹੈ ਤੇ ਤਪ ਸ਼ੁਰੂ ਕਰ ਦਿੱਤਾ ਹੈ। ਜਹਾਂ ਰਵਤਨੀਆ ਪਾਵਨ ਅੰਬਾ। ਜਿੱਥੇ ਸੂਰਜ ਦੀ ਪੁੱਤਰੀ ਭਾਵ ਜਮਨਾ ਦਾ ਜਲ ਬਹੁਤ ਪਵਿੱਤਰ ਹੈ। ਚਲ ਨਾਰਦ ਨ੍ਰਿਪ ਕੇ ਢਿਗ ਆਵਾ। ਇਸ ਤਰ੍ਹਾਂ ਜਿਹੜਾ ਨਾਰਦ ਮੁਨੀ ਸੀ ਉਹ ਚੱਲ ਕਰਕੇ ਉਤਾਨਪਾਦ ਰਾਜੇ ਦੇ ਪਾਸ ਆ ਗਿਆ। ਫਿਰ ਸੁਤ ਵਿਯੋਗ ਜਿਹ ਮੁਖ ਮੁਰਝਾਵਾ। ਜੋ ਤਾਨਪਾਦ ਰਾਜਾ ਆਪਣੀ ਇਸਤਰੀ ਦੇ ਵੱਸ ਹੈ, ਘਰ ਵਾਲੀ ਨੂੰ ਕੁਝ ਕਹਿ ਨਹੀਂ ਸਕਦਾ, ਪੁੱਤਰ ਦਾ ਵਿਛੋੜਾ ਚੱਲ ਨਹੀਂ ਸਕਦਾ। ਪੁੱਤਰ ਦੇ ਵਿਛੋੜੇ ਵਿੱਚ ਜਿਸ ਰਾਜ ਦਾ ਮੁਖ ਬੜਾ ਮੁਰਝਾਇਆ ਹੋਇਆ ਸੀ। ਵੇਖ ਰੇਖ ਕੋ ਨ੍ਰਿਪ ਆਦਰ ਦੀਨਾ। ਕਿ ਨਾਰਦ ਮੁਨੀ ਜੀ ਆ ਗਏ ਹੈ। ਨਾਰਦ ਮੁਨੀ ਜੀ ਨੂੰ ਦੇਖ ਕਰਕੇ ਰਾਜੇ ਤਾਨਪਾਦ ਨੇ ਬਹੁਤ ਆਦਰ ਸਨਮਾਨ ਕੀਤਾ। ਪੂਜ ਪਾਏ ਪਰ ਪਰਣਮ ਕੀਨਾ। ਤੇ ਚਰਨ ਜਿਹੜੇ ਚਰਨ ਪੂਜੇ ਹੈ, ਚਰਨ ਪੂਜ ਕਰਕੇ ਤੇ ਉਤਾਨਪਾਦ ਰਾਜੇ ਨੇ ਨਮਸਕਾਰ ਕੀਤੀ ਹੈ, ਪ੍ਰਣਾਮ ਕੀਤਾ ਨਾਰਦ ਮੁਨੀ ਜੀ ਨੂੰ। ਫਿਰ ਜਿਵੇਂ ਨਾਰਦ ਮੁਨੀ ਜੀ ਵਿੱਚ ਤੇ ਉਤਾਨਪਾਦ ਜਿਹੜਾ ਰਾਜਾ ਹੈ ਜੋ ਧਰੂ ਭਗਤ ਜੀ ਦੇ ਪਿਤਾ ਜੀ ਹੈ ਉਹਨਾਂ ਵਿੱਚ ਜਿਵੇਂ
ਵਾਰਤਾਲਾਪ ਵਚਨ ਵਿਲਾਸ ਹੋਣਗੇ, ਉਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਸਮਾਂ ਆਪਣਾ ਤਕਰੀਬਨ ਪੂਰਾ ਹੋ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਚਲ ਨਾਰਦ ਨ੍ਰਿਪ ਕੇ ਢਿਗ ਆਵਾ, ਸੁਤ ਵਿਯੋਗ ਜਿਹ ਮੁਖ ਮਰ ਜਾਵਾ। ਪੇਖ ਰੇਖ ਕੋ ਨ੍ਰਿਪ ਆਦਰ ਦੀਨਾ, ਪੂਜ ਪਾਏ ਪਰ ਪਰਣਮ ਕੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।